लड़की सी कुलवंत कौर जिस ते पुलिस ने अत्याचार किया सी। 16 साल बाद वो लड़की एक पिंजर बन गई। लड़की की मौत हो जाती है तो मौत होने तो बाद दोषियों के खिलाफ FIR दर्ज हो जाती है, पर दोषी अज भी आजाद घूम रहे हैं। मैं इकबाल सिंह जी बारे दस दिना कि ਜਿਹੜੇ ਕੁਲਵੰਤ ਕੌਰ ਦੇ ਬ੍ਰਦਰ ਨੇ ਅਤੇ ਜਦੋਂ ਦੀ अत्याचार ਹੋਇਆ ਸੀ ਉਦੋਂ ਤੋਂ ਹੀ ਆਪਣੀ ਆਵਾਜ਼ ਲਗਾਤਾਰ ਪ੍ਰਸ਼ਾਸਨ ਦੇ ਖਿਲਾਫ ਉਠਾ ਰਹੇ ਸੀ ਕਿ ਇਸ ਪਰਚੇ ਦਰਜ ਕਰਾਉਣ ਦੇ ਮਾਮਲੇ ਦੇ ਵਿੱਚ ਜੰਗ ਲੜੀ ਜਾਵੇ। ਤੇ ਜਿਹੜੇ ਪੁਲਿਸ ਅਧਿਕਾਰੀ ਆ ਉਹ ਇੱਕ ਮੋਟੀ ਡੀਲ ਦੇ ਤਹਿਤ ਉਹਨੂੰ ਅੱਜ ਵੀ ਬਚਾ ਰਹੇ ਆ, ਅਜੇ ਵੀ ਉਹਨੂੰ ਗ੍ਰਿਫਤਾਰ ਨਹੀਂ ਕੀਤਾ। मैं तो इन सीधा ही कहूँगा कि उन्होंने किसी की परवाह ही नहीं। अपने SSP साहब जिहड़े IPS अफसर ने इत्थे लगे ने उन्होंने यह गल का जवाब जरूर देना चाहिए भी कानून किहड़ा वा, किहड़े कानून दे विच असीं अरेस्ट नहीं करते। सत श्री अकाल जी, रंगला पंजाब टोरंटो वेख रहे हो तुसीं ते मैं तुहाडा अपना रणजीत सिंह राणा। प्रोग्राम विच कुछ अहम गल्लां करांगे ते प्रोग्राम विच मेरे नाल गलबात करनगे। पहलां तां दस दिना मैं इकबाल सिंह जी जिस प्रोग्राम विच गल करांगे, मेन प्रोग्राम दे विच अहम रोल अहम गलबात इकबाल सिंह जी, इन्हां दीयां गल्लां दा जवाब देणगे सतनाम सिंह जी धालीवाल ह्यूमन राइट्स दे प्रधान ते मेरे नाल बैठे ने एक होर दर्शन सिंह जी धालीवाल। प्रोग्राम का विषय की है, प्रोग्राम के दस दें कि प्रोग्राम में एक लड़की सी कुलवंत कौर जिस ते पुलिस ने अत्याचार किया सी। अत्याचार करने तो बाद 16 साल बाद वो लड़की एक पिंजर बन गई। पिंजर बनने तो बाद उस लड़की की मौत हो जाती है तो मौत होने तो बाद दोषियों के खिलाफ FIR दर्ज हो जाती है, पर दोषी अज भी आजाद घूम रहे हैं। बल्कि अत्याचार करने वाले कौन सी? अत्याचार करने वाले सी पंजाब पुलिस के सीनियर अफसर, अज भी आजाद घूम रहे हैं तो दोषियों के हाले तक नत्थ नहीं पाई गई। जथेबंदियां भी इकट्ठियां हुई, धरना भी लग्या, मुजाहरे भी होए, जाम भी सड़कों भी जाम कीतियां, पर कहानी की आ, मसला उत्थे दा उत्थे। कल एक वड्डा हजूम सी जिहड़ा SSP नूं मिलिया सी, जिसकी अगवाई कर रहे सी इकबाल सिंह जी ते सतनाम सिंह जी धालीवाल। मैं इकबाल सिंह जी बारे दस दिना कि ਜਿਹੜੇ ਕੁਲਵੰਤ ਕੌਰ ਦੇ ਬ੍ਰਦਰ ਨੇ ਅਤੇ ਜਦੋਂ ਦੀ अत्याचार ਹੋਇਆ ਸੀ ਉਦੋਂ ਤੋਂ ਹੀ ਆਪਣੀ ਆਵਾਜ਼ ਲਗਾਤਾਰ ਪ੍ਰਸ਼ਾਸਨ ਦੇ ਖਿਲਾਫ ਉਠਾ ਰਹੇ ਸੀ। ਅਤੇ ਜਿਹੜੀ ਭੈਣ ਸੀ ਕੁਲਵੰਤ ਕੌਰ, ਉਸ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੇ ਲਗਾਤਾਰ ਪ੍ਰਸ਼ਾਸਨ ਦਾ ਸਾਹਮਣਾ ਕੀਤਾ। ਪ੍ਰਸ਼ਾਸਨ ਦਾ ਸਾਹਮਣਾ ਕਰਦੇ ਹੋਏ ਇਹਨਾਂ ਨੂੰ ਕਈ ਤੱਤੀਆਂ ਬਾਵਾਂ ਵੀ ਝੱਲਣੀਆਂ ਪਈਆਂ। ਇਹ ਵੀ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਨੇ ਕਾਫੀ ਸਮਾਂ ਆਪਣਾ ਜੇਲ੍ਹ ਵਿੱਚ ਵੀ ਲਾਇਆ। ਜੇਲ੍ਹ ਵਿੱਚ ਬੈਠ ਕੇ ਵੀ ਇਹਨਾਂ ਨੇ ਆਪਣੀ ਕਲਮ ਬੰਦ ਨਹੀਂ ਕੀਤੀ, ਬਲਕਿ सरकार के खिलाफ सीनियर अफसर के खिलाफ अपन चिट्ठियां ते अपनी जंग जेल में बैठ के भी जारी रखी। एक बार प्रोग्राम में इकबाल जी तो एक बार फिर तो जानना पाने कि की घटना हुई सी। सब तो पहले इकबाल जी ने गलबात करते हैं। हाँ जी भाई जी, सत श्री अकाल जी। ਸਤਿ ਸ਼੍ਰੀ ਅਕਾਲ। हाँ जी, सब तो पहले दसो कि की घटना हुई सी। ਘਟਨਾ ਇਹ ਸੀ ਰਾਣਾ ਸਾਹਿਬ ਵੀ 14/7/2005 ਨੂੰ ਮੌਕੇ ਦੇ ਆਪਣੇ ਆਪ ਨੂੰ SHO ਕਹਾਉਂਦੇ ਗੁਰਿੰਦਰ ਸਿੰਘ ਬੱਲ ਜੋ ਕਿ ਅੱਜ ਕੱਲ੍ਹ DSP ਆ, ਉਹਨੇ ਮੇਰੀ ਮਾਤਾ ਸੁਰਿੰਦਰ ਕੌਰ ਤੇ ਭੈਣ ਕੁਲਵੰਤ ਕੌਰ ਨੂੰ ਰਾਤ ਨੂੰ ਘਰੋਂ ਚੱਕ ਲਿਆਂਦਾ ਸੀ ਜੀ। ਦੋਸ਼ ਇਹ ਲਾਇਆ ਸੀ ਕਿ ਮੇਰੇ ਉੱਤੇ 302 ਦਾ ਇੱਕ ਮੁਕੱਦਮਾ ਵਾ ਜੀ। ਉਸ ਸਬੰਧ ਦੇ ਵਿੱਚ ਘਰੋਂ ਰਾਤ ਨੂੰ ਚੱਕ ਕੇ ਤੇ ਰਾਤ ਨੂੰ ਅਤਿਆਚਾਰ ਕੀਤਾ ਥਾਣੇ ਦੇ ਵਿੱਚ ਜੀ। ਅੱਜ ਕੱਲ੍ਹ ਉਹ ਸਿਟੀ ਥਾਣਾ ਹੈਗਾ ਵਾ ਜੀ, ਉਹ ਆਪਣੇ ਆਪ ਨੂੰ ਸਿਟੀ ਥਾਣੇ ਦਾ SHO ਕਹਿੰਦਾ ਸੀ, ਜਦੋਂ ਕਿ ਉਸ ਟਾਈਮ ਥਾਣਾ ਹੈ ਹੀ ਨਹੀਂ ਸੀਗਾ। ਤੇ ਅਤਿਆਚਾਰ ਇੰਨਾ ਕੀਤਾ ਕਿ ਭੈਣ ਨੂੰ ਕਰੰਟ ਲਾਤਾ ਤੇ ਉਹ ਹੌਲੀ ਹੌਲੀ ਜੀ ਜਿਹੜੀ ਨਕਾਰਾ ਹੋ ਕੇ ਮੰਜੇ ਤੇ ਪੈ ਗਈ ਤੇ 16 ਸਾਲ ਮੰਜੇ ਤੇ ਪਈ ਰਹਿਣ ਤੋਂ ਬਾਅਦ ਜੀ ਪਿਛਲੀ 10 ਦਸੰਬਰ ਨੂੰ ਜੀ ਕੁਲਵੰਤ ਕੌਰ ਦੀ ਮੌਤ ਹੋ ਗਈ ਜੀ। ਤੇ ਇਸ ਦਰਮਿਆਨ ਬਹੁਤ ਸਾਰੇ ਵੱਡੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜੀ ਬਿਆਨ ਲਏ, ਪੜਤਾਲਾਂ ਕੀਤੀਆਂ ਤੇ ਪੜਤਾਲਾਂ ਦੇ ਵਿੱਚ ਜਿਹੜੇ ਸੰਬੰਧਿਤ ਇਹ ਪੁਲਿਸ ਮੁਲਾਜ਼ਮ ਆ ਇਹਨਾਂ ਨੂੰ ਦੋਸ਼ੀ ਪਾਇਆ ਗਿਆ। ਪਰ ਜਿਹੜਾ ਪੁਲਿਸ ਨੇ ਪਰਚਾ ਦਰਜ ਕੀਤਾ ਉਹ 16 ਸਾਲ ਬਾਅਦ ਜੀ 11 ਦਸੰਬਰ 2021 ਨੂੰ ਮੌਤ ਤੋਂ ਦੂਜੇ ਦਿਨ ਕੀਤਾ, ਜਦੋਂ ਕਿ ਇਹ ਹੋਣਾ ਉਸ ਟਾਈਮ ਚਾਹੀਦਾ ਸੀਗਾ। ਹੁਣ ਪਰਚਾ ਦਰਜ ਹੋਏ ਨੂੰ
2-2.5 ਮਹੀਨੇ ਲੰਘ ਚੱਲੇ ਜੀ। ਪਰ ਅਜੇ ਤੱਕ ਜਿਹੜੀ ਗ੍ਰਿਫਤਾਰੀ ਆ ਉਹ ਦੋਸ਼ੀਆਂ ਦੀ ਨਹੀਂ ਹੋਈ। ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਓ ਕਿਹੜੀ ਕਿਹੜੀ ਧਾਰਾਵਾਂ ਲੱਗੀ ਆ ਪਰਚੇ ਦੇ ਵਿੱਚ। ਇਹਦੇ ਵਿੱਚ ਪੁਲਿਸ ਨੇ ਜਿਹੜੀ ਧਾਰਾ ਲਾਈ ਆ ਉਹ ਨਜਾਇਜ਼ ਹਿਰਾਸਤ ਦੇ ਵਿੱਚ ਅਤਿਆਚਾਰ ਕਰਨ ਜੀ। ਤੇ ਪਲੱਸ ਅਸੀਂ ਐਸੀ ਪਰਿਵਾਰ ਨਾਲ ਸੰਬੰਧਿਤ ਆ ਉਸ ਨਾਲ ਸੰਬੰਧਿਤ ਧਾਰਾਵਾਂ 304 342 ਜੀ। 34 ਤੇ SC/ST ਐਕਟ ਦੇ ਸੈਕਸ਼ਨ 3 ਤੇ 4 ਲਾਏ ਨੇ। ਤੁਸੀਂ ਇਹਨਾਂ ਧਾਰਾਵਾਂ ਤੋਂ ਸੈਟੀਸਫਾਈ ਹੋ? ਨਹੀਂ, ਧਾਰਾਵਾਂ ਤਾਂ ਹੋਰ ਵੀ ਲੱਗਣੀਆਂ ਚਾਹੀਦੀਆਂ ਸੀਗੀਆਂ ਜੀ। ਪਰ ਇਹ ਵੀ ਸੰਗੀਨ ਨੇ ਔਰ ਸੰਗੀਨ ਧਾਰਾਵਾਂ ਲੱਗਣ ਦੇ ਬਾਵਜੂਦ ਵੀ ਜਿਹੜਾ ਦੋਸ਼ੀ ਆ ਉਹ ਅੱਜ ਵੀ ਡਿਊਟੀ ਕਰ ਰਿਹਾ ਵਾ। ਇਹ ਸਾਰੇ ਪ੍ਰੋਸੈਸ ਨੂੰ ਪੁਲਿਸ ਨੇ 16 ਸਾਲ ਲਾਤੇ। ਇਹ ਸਾਰੇ ਕਾਸੇ ਨੂੰ 16 ਸਾਲ ਲਾਏ ਇੱਕ ਆਪ ਦੇ ਦੋਸ਼ੀ ਸਾਬਤ ਹੋਏ ਪੁਲਿਸ ਅਧਿਕਾਰੀ ਨੂੰ ਬਚਾਉਣ ਵਾਸਤੇ। ਤੇ ਜਿਹੜੇ ਪੁਲਿਸ ਅਧਿਕਾਰੀ ਆ ਉਹ ਇੱਕ ਮੋਟੀ ਡੀਲ ਦੇ ਤਹਿਤ ਉਹਨੂੰ ਅੱਜ ਵੀ ਬਚਾ ਰਹੇ ਆ, ਅਜੇ ਵੀ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਤੁਸੀਂ ਇੱਕ ਵਾਰੀ ਦੱਸ ਕੇ ਦੱਸੋ ਕਿ ਜੇਲ੍ਹ ਦੇ ਵਿੱਚ ਤੁਸੀਂ ਕਿੰਨਾ ਸਮਾਂ ਲਾਇਆ? ਮੈਂ ਜੇਲ੍ਹ ਦੇ ਵਿੱਚ ਪੌਣੇ 3 ਸਾਲ ਰਿਹਾ। ਪੌਣੇ 3 ਸਾਲਾਂ ਦੇ ਵਿੱਚ ਮੈਂ ਸਾਰਾ ਜਿਹੜਾ ਇਹ ਉੱਥੇ ਬੈਠ ਕੇ ਰਿਕਾਰਡ ਕਢਾਇਆ। ਜੇ ਉਸ ਰਿਕਾਰਡ ਨੇ ਇਹ ਗੱਲ ਸਾਬਤ ਕੀਤੀ ਕਿ ਇਹ ਜਿਹੜਾ ਕੇਸ ਮੇਰੇ ਤੇ ਪਾਇਆ ਉਹ ਬਿਲਕੁਲ 100% ਝੂਠਾ ਸੀ। ਉਲਟਾ ਜਿਹੜੀ ਨਜਾਇਜ਼ ਹਿਰਾਸਤ ਸਾਡੇ ਪਰਿਵਾਰ ਦੀ, ਮਾਤਾ ਦੀ, ਭੈਣ ਦੀ ਜਾਂ ਮਤਲਬ ਪਰਿਵਾਰ ਦੀ ਕੀਤੀ, ਪਰਿਵਾਰਕ ਮੈਂਬਰਾਂ ਦੀ, ਉਹ ਵੀ ਮੈਂ ਇਸ ਪੁਲਿਸ ਤੋਂ ਰਿਕਾਰਡ ਲੈ ਕੇ ਸਾਬਤ ਕੀਤੀ। ਜੇਲ੍ਹ ਦੇ ਵਿੱਚ ਤੁਸੀਂ ਸੰਘਰਸ਼ ਆਪਣਾ ਕਿਵੇਂ ਜਾਰੀ ਰੱਖਿਆ ਇਹ ਵੀ ਸਾਡੇ ਦੱਸੋ। ਉੱਥੇ ਬੈਠ ਕੇ ਮੈਂ ਸਭ ਤੋਂ ਪਹਿਲਾਂ ਕਾਨੂੰਨ ਪੜ੍ਹੇ ਜੀ, ਕਿਤਾਬਾਂ ਪੜ੍ਹੀਆਂ ਤੇ ਫਿਰ ਮੈਂ ਜੇਲ੍ਹ 'ਚ ਬੈਠ ਕੇ RTI ਐਕਟ ਰਾਹੀਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ, ਸ਼ਿਕਾਇਤਾਂ ਵੀ ਤੇ ਰਿਕਾਰਡ ਵੀ ਮੰਗਾਇਆ। ਕੋਈ ਜੇਲ੍ਹ ਦੇ ਵਿੱਚ ਬੈਠ ਕੇ ਮੈਂ 10,000 ਦੇ ਕਰੀਬ ਚਿੱਠੀਆਂ ਲਿਖੀਆਂ। ਇਸ ਤੋਂ ਬਾਅਦ ਹੁਣ ਮੈਂ ਸਤਨਾਮ ਸਿੰਘ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰ ਰਿਹਾ। ਸਤਨਾਮ ਸਿੰਘ ਜੀ, ਤੁਸੀਂ ਜਦੋਂ ਤੋਂ ਇਹ ਕੇਸ ਚੱਲਿਆ ਨਾਲ ਵਿਚਰਦੇ ਹੋ ਇਕਬਾਲ ਸਿੰਘ ਜੀ ਦੇ, ਕੱਲ ਤੁਸੀਂ SSP ਸਾਹਿਬ ਨੂੰ ਜਿਹੜੇ ਨਵੇਂ ਆਏ ਆ ਜਗਰਾਉਂ ਦੇ ਵਿੱਚ ਉਹਨਾਂ ਨੂੰ ਮਿਲੇ ਹੋ, ਕੀ ਵਿਸ਼ਵਾਸ ਦਵਾਇਆ ਉਹਨਾਂ ਨੇ? ਰਾਣਾ ਜੀ, ਪਹਿਲੇ ਤਾਂ ਮੈਨੂੰ ਇੱਕ ਬੜੀ ਹੈਰਾਨਗੀ ਹੋਈ ਕਿ ਜਦੋਂ ਇੱਕ IPS ਅਫਸਰ ਦੇ ਮੂੰਹੋਂ ਇਹ ਸੁਣਿਆ ਜੀ ਵੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ 'ਚ ਲੱਗੀ ਆ ਤੇ ਅਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ ਜੀ। ਮੈਨੂੰ ਬਹੁਤ ਹੈਰਾਨੀ ਹੋਈ। ਆਪਣੇ ਜਿਹੜੇ SSP ਸਾਹਿਬ ਜਿਹੜੇ ਨਵੇਂ ਇੱਥੇ ਆਏ ਨੇ, ਕੇਤਨਪਾਲ ਬਾਲੀ ਰਾਮ ਜੀ, ਮੈਂ ਹੈਰਾਨ ਆ ਵੀ ਜੇ ਇੱਕ IPS ਅਫਸਰ ਇੱਦਾਂ ਦਾ ਜਵਾਬ ਦਊਗਾ ਤੇ IPS ਅਫਸਰ ਤੇ ਸਾਡਾ ਵਿਸ਼ਵਾਸ ਇਸ ਲੌਬੀ ਤੇ ਕਿੱਦਾਂ ਰਹੂਗਾ। ਕਿਉਂਕਿ ਕਿਸੇ ਵੀ ਬੰਦੇ ਨਾਲ ਜੇ ਕੋਈ ਜਦੋਂ ਨਜਾਇਜ਼ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹਦੀ ਇਹੀ ਮੰਗ ਹੁੰਦੀ ਆ ਵੀ ਮੇਰੇ ਕੇਸ ਦੀ ਜਾਂਚ ਕਿਸੇ ਸੀਨੀਅਰ IPS ਤੋਂ ਕਰਵਾਈ ਜਾਵੇ। ਜੇ ਇੱਕ IPS ਅਫਸਰ ਨੂੰ ਇਹ ਨਹੀਂ ਪਤਾ ਵੀ ਇਨਵੈਸਟੀਗੇਸ਼ਨ ਤੇ ਇਨਕੁਆਇਰੀ ਕੋਈ ਆ ਉਹਦੇ ਦੌਰਾਨ ਮੈਂ ਅਰੈਸਟ ਨਹੀਂ ਕਰ ਸਕਦਾ, ਵੇਖੋ ਇੰਨੀ ਗੱਲ ਦਾ ਨਹੀਂ ਪਤਾ। ਸਤਨਾਮ ਸਿੰਘ, ਮੇਰੀ ਗੱਲ ਤੁਹਾਡੀ ਗੱਲ ਨਾਲ ਗੱਲ ਕਰਨ ਲੱਗਾ। ਦੇਖੋ ਮੈਂ ਗੱਲ ਕਰਦਾ, ਜਦੋਂ ਕ੍ਰਿਮੀਨਲ ਕੇਸ ਕਿਤੇ ਰਜਿਸਟਰਡ ਹੋ ਜਾਂਦਾ, ਇਹਨਾਂ ਜਿਹਦੀ 3 ਸਾਲ ਤੋਂ ਵੱਧ ਦੀ ਸਜ਼ਾ ਹੈਗੀ ਆ ਜਾਂ 3 ਸਾਲ ਦੀ ਵੀ ਸਜ਼ਾ ਆ, 3 ਸਾਲ ਤੱਕ ਦੀ ਵੀ ਆ, ਉਹ ਇੱਕ ਪ੍ਰੋਸੀਜਰ ਆ ਵੀ ਉਹਨੂੰ ਦੋਸ਼ੀ ਨੂੰ ਅਦਾਲਤ ਦੇ ਵਿੱਚੋਂ ਬੇਲ ਲੈਣੀ ਪੈਣੀ ਆ। ਭਾਵੇਂ ਪਹਿਲਾਂ ਉਹ ਐਂਟੀਸਪੇਟਰੀ ਕਰੂਗਾ ਟਰਾਈ, ਨਹੀਂ ਤੇ ਉਹ ਪਰਮਾਨੈਂਟ ਬੇਲ ਲਊਗਾ ਜੇ ਅਰੈਸਟ ਹੁੰਦਾ। ਇਹਦੇ ਤੋਂ ਅਲੱਗਾ ਕਿਸੇ ਵੀ IPS ਕਿਸੇ ਸੀਨੀਅਰ ਅਧਿਕਾਰੀ ਕੋ, ਈਵਨ DGP ਸਾਹਿਬ ਕੋ ਵੀ ਪਾਵਰ ਨਹੀਂ ਹੈ ਵੀ ਉਹ ਅਰੈਸਟ ਸਟੇ ਕਰ ਦੇਵੇ। ਜਿਵੇਂ ਇਹ ਧਾਰਾਵਾਂ ਲੱਗੀਆਂ ਹੋਈਆਂ ਨਾ ਕਿਸੇ ਮਾਨਯੋਗ ਅਦਾਲਤ ਦੀ, ਭਾਵੇਂ ਉੱਚ ਅਦਾਲਤ ਸਾਡੀ ਸੁਪਰੀਮ ਕੋਰਟ ਆ, ਉਹਦੀ ਕੋਈ ਜੱਜਮੈਂਟ ਆ ਇਹੋ ਜੀ ਜਿਹਦੇ ਹਿਸਾਬ ਦੇ ਨਾਲ ਦੋਸ਼ੀ ਨੂੰ ਫ੍ਰੀ ਛੱਡਿਆ ਜਾ ਸਕਦਾ। ਅਜਿਹੀਆਂ ਧਾਰਾਵਾਂ ਦੇ ਵਿੱਚ ਇਨਕੁਆਇਰੀ ਲਾ ਕੇ ਅਰੈਸਟ ਸਟੇ ਹੋ ਸਕਦੀ ਜਿਹੜੀਆਂ ਨਹੀਂ, ਮੈਂ ਇਹੀ ਗੱਲ ਸੀ, ਹੈ ਹੀ ਕੋਈ ਨਹੀਂ, ਕਾਨੂੰਨ ਹੀ ਨਹੀਂ। ਈਵਨ ਜੇ ਮੈਂ ਉਹੀ ਗੱਲ ਕੀਤੀ ਵੀ ਜੇ ਆਪਣੇ SSP ਸਾਹਿਬ ਇਹ ਗੱਲ ਤੇ ਕਹਿੰਦੇ ਆ ਵੀ ਇਹ ਅਰੈਸਟ ਨਹੀਂ ਕਰ ਸਕਦੇ ਤੇ ਮੈਂ ਤੇ ਨਾ ਵੀ ਆਨਸਰੇਬਲ ਆ, ਇਹਨਾਂ ਨੂੰ ਮਤਲਬ ਇਹਦਾ ਆਨਸਰ ਦੇਣਾ ਚਾਹੀਦਾ। ਬੇਸ਼ੱਕ ਮੇਰੇ ਬਿਹਾਫ ਤੇ ਜਾ ਕੇ ਇਹਨਾਂ ਕੋਲ ਕੁਐਸਚਨ ਕੀਤਾ ਜਾਵੇ ਵੀ ਉਹ ਕਹਿੰਦਾ ਵੀ ਕਿੱਦਾਂ ਨਹੀਂ ਤੁਸੀਂ ਅਰੈਸਟ ਕਰ ਰਹੇ, ਕਾਨੂੰਨ ਦਿਓ ਸਾਨੂੰ। ਇਸ ਤੋਂ ਬਾਅਦ ਅਸੀਂ ਦਰਸ਼ਨ ਸਿੰਘ ਧਾਲੀਵਾਲ ਸਾਹਿਬ ਕਿਵੇਂ ਵੇਖਦੇ ਹੋ ਜੇਕਰ ਕੁਲਵੰਤ ਕੌਰ ਦੇ ਇਨਸਾਫ ਦੀ ਗੱਲ ਕਰੀਏ ਪਹਿਲਾਂ, ਬਾਕੀ ਤਾਂ ਲੋਕੀ ਲਗਾਤਾਰ ਠੋਕਰਾਂ ਖਾ ਰਹੇ, ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਵੱਡੇ ਸਵਾਲ ਖੜੇ ਹੋ ਜਾਂਦੇ ਆ। ਮੈਂ ਰਾਣਾ ਸਾਹਿਬ ਜੇ ਇਹਨੂੰ ਡਿਟੇਲ 'ਚ ਥੋੜਾ ਜਿਹਾ ਦੱਸਾਂ ਤੁਸੀਂ ਮੈਨੂੰ ਆਗਿਆ ਦਿਓ, ਕਿਉਂਕਿ ਮੈਂ ਇਹ ਕੇਸ ਨੂੰ ਸ਼ੁਰੂ ਤੋਂ ਦੇਖਿਆ ਕਿਉਂਕਿ ਮੇਰਾ ਨੇੜੇ ਦਾ ਰਿਸ਼ਤਾ ਹੈ ਇਹ ਪਿੰਡ ਰਹਿੰਦੇ ਆ ਤੇ ਮੈਂ ਸ਼ਹਿਰ 'ਚ ਰਹਿੰਦਾ ਸੀ। ਪਰ ਜੋ ਕੁਛ ਪੁਲਿਸ ਦੇ ਉਹਨਾਂ ਅਫਸਰਾਂ ਨੇ ਕੀਤਾ ਮੈਂ ਤਾਂ ਇਹਨੂੰ ਸਿੱਧਾ ਹੀ ਕਹੂੰਗਾ ਕਿ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਸੀ। ਉਹ ਨਾ ਸੰਵਿਧਾਨ ਦੀ ਪਰਵਾਹ ਸੀ, ਨਾ ਉਹਨਾਂ ਨੂੰ ਮਾਨਯੋਗ ਅਦਾਲਤਾਂ ਦੀ ਪਰਵਾਹ ਸੀ। ਤੇ ਮੈਂ ਤੇ ਇੱਥੇ ਇੱਕ ਗੱਲ ਹੋਰ ਵੀ ਇਹਨੂੰ ਐਡ ਕਰੂੰਗਾ ਕਿ ਜਿਹੜਾ ਉਸ ਟਾਈਮ ਦਾ ਅਫਸਰ ਸੀ ਇੱਥੇ SSP
ਉਹ ਮੈਨੂੰ ਇਦਾਂ ਲੱਗਦਾ ਸੀ ਵੀ ਉਹਨੇ ਉਸ ਬੰਦਿਆਂ ਨੂੰ ਖੁੱਲ੍ਹ ਕੇ ਰੱਖੀ ਹੈ ਜੀ ਵੀ ਤੁਸੀਂ ਪੈਸੇ ਵਾਲੇ ਬੰਦਿਆਂ ਨੂੰ ਚੱਕੋ ਤੇ ਉਹਨਾਂ ਤੋਂ ਪੈਸਾ ਇਕੱਠਾ ਕਰੋ, ਜੀ ਚਾਹੇ ਜੋ ਵੀ ਤੁਹਾਨੂੰ ਕਰਨਾ ਪੈਂਦਾ ਹੈ, ਜੀ ਉਹ ਕਰੋ। ਜੀ ਉਸ ਦੀ ਲਪੇਟ 'ਚ ਜੀ ਉਹ ਲੜਕੀ ਕੁਲਵੰਤ ਕੌਰ ਜੀ ਤੇ ਉਹਨਾਂ ਦੀ ਮਾਤਾ ਜੀ ਜੀ ਉਸ ਲਪੇਟ 'ਚ ਉਹਨਾਂ ਦੇ ਆ ਗਏ। ਜੀ ਕਿਉਂਕਿ ਦੇਖੋ ਉਹਨਾਂ ਦੀ ਜਿੱਦ ਹੋ ਸਕਦੀ ਹੈ ਇਕਬਾਲ ਸਿੰਘ ਨਾਲ, ਜੀ ਉਹਨਾਂ ਦੇ ਭਰਾ ਨਾਲ, ਜੀ ਕਿਉਂਕਿ ਇਕਬਾਲ ਸਿੰਘ ਇੱਕ ਸਮਾਜਿਕ ਕਾਰਿਆਕਰਤਾ ਸੀ ਜੀ ਤੇ ਉਹ ਲੋਕਾਂ ਦੇ ਮਸਲਿਆਂ ਬਾਰੇ ਤਕਰੀਬਨ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਸੀ ਜੀ ਪੁਲਿਸ ਦੇ ਅਫਸਰਾਂ ਨਾਲ। ਜੀ ਉਹਨਾਂ ਦਾ ਕੋਈ ਗਿਲਾ ਸ਼ਿਕਵਾ ਹੋ ਸਕਦਾ ਜੀ ਹੈ, ਪਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਲੜਕੀ ਨੂੰ ਨੌਜਵਾਨ ਲੜਕੀ ਜੀ ਤੇ ਮਾਤਾ ਘਰ ਜੀ। ਤੋਂ ਜ਼ਬਰਦਸਤੀ ਚੱਕਿਆ ਜੀ ਤੇ ਫਿਰ ਉਹਨਾਂ ਨਾਲ ਰਾਤ ਨੂੰ ਉਹ ਹਾਲ ਕੀਤਾ। ਜੀ ਕਿਉਂਕਿ ਦੂਸਰੇ ਦਿਨ ਮੈਂ ਵੀ ਖੁਦ ਜੀ ਉਸ ਪੰਚਾਇਤ ਵਿੱਚ ਸ਼ਾਮਲ ਸੀ। ਜੀ ਜਦੋਂ ਛੁਡਾ ਕੇ ਲਿਆਏ ਹੈ ਤਾਂ ਉਸ ਹਾਲਤ ਲੜਕੀ ਦੀ ਹਾਲਤ ਬਹੁਤ ਤਰਸਯੋਗ ਸੀ। ਜੀ ਤਾਂ ਚਾਹੀਦਾ ਤਾਂ ਇਹ ਸੀ ਅਫਸਰਾਂ ਨੂੰ ਉਦੋਂ ਸਾਡੀ ਦੱਸਿਆ ਵੀ ਕਿ ਜੀ। ਅਸੀਂ ਜਿਹੜੀ ਆ ਲੜਕੀ ਦੀ ਹਾਲਤ ਦੇਖੋ ਜੀ। ਵੀ ਇਹ ਰਾਤ ਵੀ ਕੀ ਵਾਪਰਿਆ ਇਹਦੇ ਨਾਲ। ਜੀ ਚਾਹੀਦਾ ਤਾਂ ਇਹ ਸੀ ਵੀ ਤੁਸੀਂ ਉਸ ਦਿਨ ਮੌਕੇ ਤੇ ਤੁਹਾਡੇ ਕਹਿਣ ਦਾ ਮਤਲਬ ਜਿਸ ਦਿਨ ਕੁਲਵੰਤ ਕੌਰ ਨੂੰ ਥਾਣੇ ਚੋਂ ਛੁਡਾ ਕੇ ਲਿਆ। ਹਾਂਜੀ ਮੈਂ ਸ਼ਾਮਲ ਸੀ ਉਸ ਗਰੁੱਪ ਵਿੱਚ, ਜੀ ਕਿਉਂਕਿ ਪੰਚਾਇਤ ਸੀ ਪੂਰੀ ਪਿੰਡ ਜੀ ਦੀ। ਜੀ ਤੇ ਇਹ ਚਾਹੀਦਾ ਤਾਂ ਇਹ ਸੀ ਵੀ ਤੁਹਾਡੀ ਦੱਸ ਦਿਨ ਤੁਹਾਡੀ ਗੱਲ ਵਿੱਚ ਸੀ, ਜੇਕਰ ਤੁਸੀਂ ਉਸ ਟਾਈਮ ਛੁਡਾ ਕੇ ਲਿਆਏ ਤਾਂ ਉਸ ਟਾਈਮ ਹੀ ਕੁੜੀ ਦੀ ਹਾਲਤ ਸੀ ਜਾਂ ਕਾਫੀ ਸਮੇਂ ਬਾਅਦ ਹੋਈ? ਨਹੀਂ, ਇਹ ਉਸ ਟਾਈਮ ਤਾਂ ਕੁੜੀ ਦੀ ਹਾਲਤ ਇਹ ਸੀ ਵੀ ਰਾਤ ਇਹਦੇ ਤੇ ਤਸ਼ੱਦਦ ਹੋਇਆ। ਜੀ ਉਹਦੀ ਸ਼ਕਲ ਜਾਣੀ ਕਿ ਦੱਸ ਰਹੀ ਸੀ। ਉਹਦੀ ਸ਼ਕਲ ਦੱਸ ਰਹੀ ਸੀ ਵੀ ਇਹਦੇ ਤੇ ਬਹੁਤ ਤਸ਼ੱਦਦ ਹੋਇਆ। ਜੀ ਹੁਣ ਕਿੱਦਾਂ ਦਾ ਤਸ਼ੱਦਦ ਹੋਇਆ ਇਹ ਤਾਂ ਅਸੀਂ ਨਹੀਂ ਜਾ ਮੌਕੇ ਤੇ ਨਾ ਤੇ ਪੁੱਛਿਆ ਜੀ। ਤੇ ਨਾ ਹੀ ਚੈੱਕ ਕੀਤਾ। ਸਾਨੂੰ ਇਹ ਸੀ ਵੀ ਅਸੀਂ ਇਸ ਤਰ੍ਹਾਂ ਇਹਨੂੰ ਲੜਕੀ ਨੂੰ ਤੇ ਮਾਂ ਨੂੰ ਬਾਹਰ ਲੈ ਜਾਈਏ ਜੀ ਤੇ ਇਹਨਾਂ ਨੂੰ ਘਰ ਬਚਾਈਏ, ਜੀ। ਉਸ ਤੋਂ ਬਾਅਦ ਜਿਹੜੀ ਗੱਲ ਹੋਊਗੀ ਫਿਰ ਕਰਾਂਗੇ। ਜੀ ਤੇ ਇਹ ਮੈਂ ਇੱਕ ਗੱਲ ਇੱਥੇ ਇੱਕ ਹੋਰ ਐਡ ਕਰਨਾ ਹੈ ਜੀ ਕਿ ਪੁਲਿਸ ਦੀਆਂ ਕਹਾਣੀਆਂ ਜੀ ਪਹਿਲਾਂ ਵੀ ਅਸੀਂ ਸੁਣਦੇ ਸੀ ਜੀ ਤੇ ਅੱਜ ਵੀ ਸੁਣਦੇ ਹਾਂ ਜੀ ਕਿ ਪੁਲਿਸ ਨੂੰ ਮਹਿਕਮਾ ਤੱਕ ਇਸ ਕਰਕੇ ਬਣਾਇਆ ਸੀ ਜੀ ਵੀ ਇਹ ਪਬਲਿਕ ਦੀ ਰੱਖਿਆ ਕਰੇ, ਜੀ ਜੀ ਪਰ ਇਹ ਰਕਸ਼ਕ ਮੈਂ ਕਹੂੰਗਾ ਇਹ ਪਕਸ਼ਕ ਹੋ ਗਏ। ਜੀ ਚਾਹੇ ਉਹ ਹਰ ਤਰੀਕੇ ਨਾਲ ਕਹੂੰਗਾ, ਚਾਹੇ ਉਹ ਪੈਸੇ ਦੇ ਲਾਲਚ ਨਾਲ ਕਹਿ ਦਿਓ, ਜੀ ਚਾਹੇ ਉਹ ਹੋਰ ਤਰੀਕਿਆਂ ਨਾਲ ਕਹਿ ਦਿਓ ਜੀ ਕਿ ਨੌਜਵਾਨ ਲੜਕੀਆਂ ਨਾਲ ਬਹੁਤ ਮਾੜੇ ਹਾਲਤ ਹੁੰਦੇ ਹੈ। ਜੀ ਅੱਜ ਵੀ ਲੋਕਾਂ ਨਾਲ ਇੰਨੀ ਜ਼ਿਆਦਤੀ ਹੋ ਰਹੀ ਹੈ। ਜੀ ਮੈਂ ਇੱਥੇ ਇਹ ਵੀ ਐਡ ਕਰੂੰਗਾ ਵੀ ਸਾਰੀ ਪੁਲਿਸ ਨੂੰ ਨਹੀਂ ਮੈਂ ਕਹਿ ਸਕਦਾ, ਜੀ ਮੇਰਾ ਬਾਹ ਬਹੁਤ ਰਿਹਾ ਕਿਉਂਕਿ ਮੈਂ ਇੱਕ ਅਫੀਸਰ ਰਿਹਾ, ਸੀਨੀਅਰ ਰੈਂਕ ਤੇ ਅਫੀਸਰ ਰਿਹਾ। ਜੀ ਜੀ ਮੇਰੀ ਮੀਟਿੰਗ ਅਫਸਰਾਂ ਨਾਲ ਹੁੰਦੀ ਰਹੀ ਹੈ। ਜੀ ਸਾਰੇ ਅਫਸਰ ਮਾੜੇ ਨਹੀਂ ਹੈ, ਜੀ ਕੁਝ ਪਰਸੈਂਟੇਜ ਇੰਨੇ ਅਫਸਰ ਮਾੜੇ, ਇੰਨੇ ਲਾਲਚੀ ਹੋ ਗਏ ਜੀ ਕਿ ਉਹਨਾਂ ਨੂੰ ਸਿਵਾਏ ਪੈਸੇ ਤੋਂ ਕੁਝ ਨਹੀਂ ਮਿਲਦਾ। ਇਕਬਾਲ ਸਿੰਘ ਜੀ, ਜੇਕਰ ਆਪਾਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਗੱਲ ਕਰੀਏ ਹਾਂਜੀ। ਤਾਂ ਜਦੋਂ ਕੁੜੀ ਤੇ ਅਤਿਆਚਾਰ ਕੀਤਾ ਗਿਆ, ਇਸ ਤੋਂ ਬਾਅਦ ਤੁਹਾਡੇ ਨਾਲ ਕੁੜੀ ਦੀ ਮੌਤ ਹੋ ਗਈ, ਤੁਹਾਡੇ ਨਾਲ ਜਥੇਬੰਦੀਆਂ ਤੁਰੀਆਂ ਸੀ। ਅੱਜ ਉਹ ਜਥੇਬੰਦੀਆਂ ਦਾ ਕੀ ਸਟੇਟਸ ਹੈ ਜਾਂ ਕਿੱਥੇ ਖੜੀਆਂ ਜਥੇਬੰਦੀਆਂ ਦਾ ਕੀ ਪਲੈਨਿੰਗ ਅੱਗੇ ਦੀ? ਰਾਣਾ ਜੀ, ਜਥੇਬੰਦੀਆਂ ਲੰਮੇ ਟਾਈਮ ਤੋਂ ਜੁੜੀਆਂ ਹੋਈਆਂ ਵਾ ਔਰ ਸੰਘਰਸ਼ ਕਰ ਰਹੀਆਂ। ਪਹਿਲਾਂ ਜਥੇਬੰਦੀਆਂ ਦਾ ਸੰਘਰਸ਼ ਇਸ ਗੱਲ ਲਈ ਹੋ ਰਿਹਾ ਸੀ ਕਿ ਦੋਸ਼ੀ ਆ ਜਿਹੜਾ ਗੁਰਿੰਦਰ ਸਿੰਘ ਬੱਲ ਹੁਣ ਡੀਐਸਪੀ, ਉਹਦੇ ਤੇ ਮੁਕੱਦਮਾ ਦਰਜ ਹੋਵੇ, ਜੀ ਉਹਦੇ ਨਾਲ ਦਿਆਂ ਤੇ ਹੋਵੇ। ਹੁਣ ਮੌਤ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਤੇ ਹੁਣ ਜਿਹੜਾ ਸੰਘਰਸ਼ ਹੈ ਜਥੇਬੰਦੀਆਂ ਦਾ, ਦਰਜਨ ਤੋਂ ਵੱਧ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਜਿਹੜੀਆਂ ਇਨਸਾਫ ਪਸੰਦ ਨੂੰ ਅੰਬੇਦਕਰੀ ਜਥੇਬੰਦੀਆਂ ਵਾ, ਹੁਣ ਮੰਗ ਇਸ ਗੱਲ ਦੀ ਆ ਕਿ ਵੀ ਜਦੋਂ ਤੇ ਪਰਚਾ ਦਰਜ ਹੋ ਗਿਆ ਵਾ ਤੇ ਸੰਗੀਨ ਧਾਰਾਵਾਂ ਅਧੀਨ ਹੋ ਗਿਆ ਤੇ ਉਹਨੂੰ ਹੁਣ ਅਰੈਸਟ ਕਿਉਂ ਨਹੀਂ ਕਰਦੇ? ਕਿ ਜਿਵੇਂ ਢਾਲੀਵਾਲ ਸਾਹਿਬ ਨੇ ਦੱਸਿਆ ਜੀ ਕਿ ਧਾਰਾਵਾਂ ਸੰਗੀਨ ਨੇ, ਕੋਈ ਕਾਨੂੰਨ ਕੋਈ ਜੱਜਮੈਂਟ ਇਸ ਤਰ੍ਹਾਂ ਦੀ ਨਹੀਂ ਹੈਗੀ ਜਿਹੜੀ ਪਰਚਾ ਦਰਜ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਨੂੰ ਰੋਕਦੀ ਹੋਵੇ। ਪਰ ਫਿਰ ਵੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਇਹਦਾ ਸਿੱਧਾ ਮਤਲਬ ਆ ਕਿ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਇੱਕ ਡੀਲ ਹੋ ਚੁੱਕੀ ਆ। ਇੱਕ ਹੋਰ ਮੈਂ ਹੈਰਾਨੀ ਵਾਲੀ ਤੁਹਾਨੂੰ ਗੱਲ ਦੱਸਾਂ ਕਿ ਜਿਹੜਾ ਐਸਐਸਪੀ ਜਗਰਾਉਂ ਕੇਤਨ ਪਾਟਲ ਬਾਲੀ ਰਾਮ ਆ, ਉਹ ਇੱਕ ਆਈਪੀਐਸ ਅਧਿਕਾਰੀ ਆ। ਤੇ ਜਿਹੜੀ ਕੱਲ ਜਦੋਂ ਜਥੇਬੰਦੀਆਂ ਦਾ ਜਿਹੜਾ ਵਫਦ ਮਿਲਿਆ ਵਾ, ਉਹਦੇ 'ਚ ਇਹ ਗੱਲ ਦਾ ਕਹਿ ਰਹੇ ਆ ਕਿ ਵੀ ਜਿਹੜੀ ਪੜਤਾਲ ਕਰ ਰਿਹਾ ਵਾ ਉਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦਾ AIG ਕਰ ਰਿਹਾ, ਜਿਹੜਾ ਕਿ PPS ਅਧਿਕਾਰੀ ਆ। ਹੁਣ ਸਮਝਣ ਤੇ ਸੋਚਣ ਵਾਲੀ ਗੱਲ ਆ ਕਿ IPS ਤੋਂ ਇਨਕੁਆਰੀ ਜਾਂ ਇਨਵੈਸਟੀਗੇਸ਼ਨ ਲੈ ਕੇ ਉਹ PPS ਨੂੰ ਦਿੱਤੀ ਜਾ ਰਹੀ ਆ। ਕਿੱਡੀ ਦੁੱਖ ਦੀ ਗੱਲ ਆ ਤੇ ਕਿੰਨੀ ਹੈਰਾਨੀ ਵਾਲੀ ਗੱਲ ਆ
ਕਿ ਵੀ ਕਿਉਂ ਮਤਲਬ ਸ਼ੱਕ ਦੇ ਘੇਰੇ ਦੇ ਵਿੱਚ ਕਿਵੇਂ ਨਹੀਂ ਇਹ ਗੱਲ ਹੈਗੀ। ਤੁਸੀਂ ਪ੍ਰਸ਼ਾਸਨ ਦੀ ਕਾਰਜਵਿਧੀ ਨਾਲ 16 ਸਾਲ ਲੜੇ ਆ ਜੀ, ਤੁਸੀਂ ਪ੍ਰਸ਼ਾਸਨ ਦੀ ਕਾਰਜਵਿਧੀ ਤੋਂ ਚੰਗੀ ਤਰ੍ਹਾਂ ਵਾਕਫ ਹੋ। ਬਿਲਕੁਲ। ਕਿਉਂਕਿ ਅਸੀਂ ਤਾਂ ਹਲੇ ਘੱਟ ਵਾਕਫ ਹਾਂ, ਅਸੀਂ ਕਦੇ ਮਿਲਣਾ, ਤੁਸੀਂ ਵੀ ਵਾਕਫ ਹੋ। ਤੁਹਾਨੂੰ ਕੀ ਲੱਗ ਰਿਹਾ? ਦੇਖੋ ਲੱਗ ਇਹ ਰਿਹਾ ਵਾ ਕਿ ਵੀ ਜਿਹੜੇ ਪੁਲਿਸ ਅਧਿਕਾਰੀ ਆ, ਜੀ ਜਿਵੇਂ ਇਧਰ ਇੰਜੀਨੀਅਰ ਸਾਹਿਬ ਨੇ ਵੀ ਦੱਸੀ ਹੈ ਇਹ ਗੱਲ ਜੀ। ਕਿ ਉਸ ਟਾਈਮ ਦਾ ਜਿਹੜਾ ਐਸਐਸਪੀ ਰਾਜੀਵ ਅਹੀਰ ਸੀ ਉਹ ਵੀ ਜੀ। ਆਈਪੀਐਸ ਸੀ, ਜੀ ਅੱਜ ਕੱਲ ਆਈਬੀ ਦੇ ਵਿੱਚ ਜੁਆਇੰਟ ਡਾਇਰੈਕਟਰ ਆ। ਜੀ ਉਹ ਇਹ ਸਾਰੇ ਕਾਸੇ ਦਾ ਸਰਗਣਾ ਵਾ। ਜੀ ਅਸਲ ਦੇ ਵਿੱਚ ਉਹ ਸਾਰੇ ਕਾਸੇ ਦਾ ਮੁੱਖ ਸੂਤਰਧਾਰ ਆ, ਉਹੀ ਹੁਣ ਬਚਾ ਰਿਹਾ ਵਾ। ਜੀ ਹੁਣ ਤੱਕ ਬਚਾਉਂਦਾ ਵੀ ਉਹੀ ਆਇਆ। ਉਹੀ ਕਿਉਂ ਬਚਾਉਂਦਾ ਆ? ਕਿਉਂਕਿ ਉਹ ਗੁਰਿੰਦਰ ਸਿੰਘ ਬੱਲ ਜਿਹੜਾ ਆਪਦੇ ਆਪ ਨੂੰ ਐਸਐਚਓ ਕਹਿੰਦਾ ਸੀ, ਜਿਹਨੇ ਜਗਰਾਉਂ ਦੇ ਵਿੱਚ 2-2.5 ਸਾਲਾਂ ਦੇ ਵਿੱਚ ਆਪਣੀ ਤਾਇਨਾਤੀ ਦੌਰਾਨ ਇੱਥੇ ਜਿਹੜਾ ਅਤਿਆਚਾਰ ਕੀਤਾ ਵਾ, ਰਿਸ਼ਵਤ ਲਈ ਆ, ਲੋਕਾਂ ਤੋਂ ਪੈਸੇ ਇਕੱਠੇ ਕਰਕੇ ਅੰਨੀ ਜਾਇਦਾਦ ਬਣਾਈ ਆ। ਅੱਜ ਪੜਤਾਲ ਕਰ ਲੈਣ, ਉਹਦੀ ਅੰਨੀ ਜਾਇਦਾਦ ਆ, ਬੇਨਾਮੀ ਜਾਇਦਾਦ ਆ। ਉਹ ਸਾਰੇ ਕਾਸੇ ਦਾ ਸਰਗਣਾ ਉਸ ਟਾਈਮ ਦਾ ਐਸਐਸਪੀ ਰਾਜੀਵ ਅਹੀਰ ਆ, ਤੇ ਉਹ ਰਾਜੀਵ ਅਹੀਰ ਆਪਣੇ ਬਚਾਅ ਦਾ ਮਾਰਾ ਇਹਨੂੰ ਬਚਾ ਰਿਹਾ ਵਾ। ਅਸਲ ਦੇ ਵਿੱਚ ਇਹ ਕਹਾਣੀ ਇਸ ਗੱਲ ਦੇ ਨਾਲ ਜੁੜੀ। ਕਾਲੀਵਾਲ ਸਾਹਿਬ, ਆਪਾਂ ਫਿਰ ਤੋਂ ਤੁਹਾਡੇ ਨਾਲ ਗੱਲ ਕਰਦੇ ਹਾਂ। ਜੇਕਰ ਇੱਕ ਇਨਕੁਆਇਰੀ ਆਈਪੀਐਸ ਅਫਸਰ ਬੈਠਾ ਹੋਵੇ ਤਾਂ ਉਹ ਪੀਪੀਐਸ ਕੋਲੇ ਜਾ ਕੇ ਲੱਗ ਸਕਦੀ ਆ, ਜਾਂ ਤਾਂ ਫਿਰ ਪ੍ਰਸ਼ਾਸਨ ਨੂੰ ਆਈਪੀਐਸ ਤੇ ਵਿਸ਼ਵਾਸ ਨਹੀਂ? ਦੇਖੋ ਗੱਲ ਇਹ ਨਹੀਂ ਹੈ, ਗੱਲ ਇਨਕੁਆਇਰੀ ਜਿਹੜੀ ਆ ਉਹ ਕਿਤੇ ਵੀ ਕ੍ਰਾਈਮ, ਕਿਉਂਕਿ ਇੱਕ ਕ੍ਰਾਈਮ ਵਿਭਾਗ ਕੋਲ ਇਨਕੁਆਇਰੀ ਆ, ਇਨਕੁਆਇਰੀ ਜਾ ਸਕਦੀ ਹੈ, ਇਹਦੀ ਗੱਲ ਨਹੀਂ। ਜੀ ਪਰ ਹੁਣ ਮੇਨ ਚੀਜ਼ ਇਹ ਹੈ ਵੀ ਜਿਹੜੇ ਅਫਸਰ ਦੇ ਕੋਲ ਇਨਕੁਆਇਰੀ ਆ ਉਹਦੇ ਦੋਸ਼ੀ ਦੇ ਨਾਲ ਕੀ ਸੰਬੰਧ ਆ। ਜੀ ਇਹ ਹੁਣ ਇਕਬਾਲ ਸਿੰਘ ਜਾਣਦਾ, ਕਿਉਂਕਿ ਇਹ ਬਾਬਾ ਵੈਰੀਫਾਈ ਕਰਦਾ ਰਹਿੰਦਾ। ਜੀ। ਪਰ ਮੈਂ ਰਾਣਾ ਜੀ ਇੱਕ ਗੱਲ ਕਰਦਾ ਵੀ ਵੱਡੇ ਤੋਂ ਵੱਡਾ ਰਸੂਖਦਾਰ, ਜੀ। ਵੱਡੇ ਤੋਂ ਵੱਡਾ ਅਪਰਾਧੀ, ਜੀ ਹਰ ਇੱਕ ਤੁਸੀਂ ਸੁਣਿਆ ਹੈ ਨਾ, ਭਾਵੇਂ ਕੋਈ ਮਤਲਬ ਟੈਰਰਿਸਟ ਵੀ ਹੈ ਨਾ, ਜੀ ਉਹ ਵੀ ਇਹ ਕਹਿੰਦਾ ਵੀ ਮੈਨੂੰ ਕਾਨੂੰਨ ਤੇ ਵਿਸ਼ਵਾਸ ਹੈ। ਜੀ ਬਿਲਕੁਲ ਬਿਲਕੁਲ। ਪਰ ਇੱਕ ਸਮਝ ਨਹੀਂ ਆਈ ਵੀ ਇਹ ਜਿਹੜਾ ਗੁਰਿੰਦਰ ਸਿੰਘ ਬੱਲ ਆ, ਇਸ ਕੇਸ ਦੋਸ਼ੀ ਆ, ਉਹ ਇਹ ਮਤਲਬ ਕਾਨੂੰਨ ਤੋਂ ਕਿਉਂ ਭੱਜ ਰਿਹਾ? ਜੀ ਹੁਣ ਤੱਕ 3 ਮਹੀਨੇ ਦਾ ਸਮਾਂ ਉਹਨੂੰ ਅਦਾਲਤ ਨੂੰ ਅਪਰੋਚ ਕਰਨਾ, ਉਹਨੇ ਕਿਉਂ ਨਹੀਂ ਕੀਤਾ? ਜੀ ਪੁਲਿਸ ਦੀ ਸ਼ਹਿ ਦੇ ਨਾਲ ਜੀ। ਫਿਰ ਪੁਲਿਸ ਬਚਾ ਲਓ, ਪੁਲਿਸ ਕੋ ਕੈਂਸਲੇਸ਼ਨ ਕਰਾ ਲਓ, ਕਿਉਂਕਿ ਉਹਨੂੰ ਪਤਾ ਅਫਸਰ ਹੈ ਵੀ ਕਿੱਦਾਂ ਤੁਹਾਡੀ ਕੈਂਸਲੇਸ਼ਨ ਗੱਲ ਕਰਨੀ। ਵਿੱਚ ਕਿ ਮੈਨੂੰ ਗੱਲ ਯਾਦ ਆ ਗਈ, ਜੇਕਰ ਆਪਾਂ ਦੇਖੀਏ ਤਾਂ ਵੱਡੇ ਅਦਾਲਤ ਮੰਨ ਜਾਣੇ ਤਾਂ ਕਾਨੂੰਨ ਦੀ ਕਦੇ ਪੱਟੀ ਬੰਦੀ ਹੁੰਦੀ। ਪੱਟੀ ਨਹੀਂ, ਮਤਲਬ ਉਧਰ ਜਾਣਗੇ ਤੇ ਫਿਰ ਆਪਾਂ ਪੱਟੀ ਦੀ ਗੱਲ ਕਰਦੇ ਹਾਂ, ਜੀ। ਪਰ ਉਧਰ ਜਾਣ ਤੇ ਸਹੀ, ਲੈ ਲੈਣ ਫਾਇਦਾ। ਜੀ ਹੁਣ ਤੁਸੀਂ ਇੱਕ ਦੇਖੋ, ਸਾਡੇ ਇੱਥੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਜੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਜੀ। ਬਾਦਲ, ਜੀ। ਕੈਪਟਨ ਅਮਰਿੰਦਰ ਸਿੰਘ, ਜੀ ਤਿੰਨਾਂ ਨੇ ਅਦਾਲਤਾਂ ਦੇ ਵਿੱਚੋਂ ਮਤਲਬ ਰਿਲੀਫ ਲਈ ਹੈ। ਜੀ ਇਹਨਾਂ ਦੇ ਵੀ ਪਰਚੇ ਦਰਜ ਹੋਏ ਆ, ਕਿਉਂ ਇਹਨਾਂ ਕਿਉਂ ਨਹੀਂ ਬਾਰ-ਬਾਰ ਸਾਰਾ ਆਪਣਾ ਹੱਲ ਕਰਾ ਲਿਆ? ਜੀ ਦੱਸ ਸਕਦੇ ਜੇਕਰ ਆਪਾਂ ਤੁਹਾਡੇ ਨਾਲ ਗੱਲ ਕਰੀਏ, ਜਦੋਂ ਤੁਸੀਂ ਲੜਕੀ ਨੂੰ ਤੇ ਉਸਦੀ ਮਾਂ ਨੂੰ ਲੈ ਕੇ ਆਏ ਸੀ ਤਾਂ ਮਾਂ ਤੇ ਵੀ ਪਸੰਦ ਕੀਤਾ ਗਿਆ, ਅਤਿਆਚਾਰ ਕੀਤਾ ਗਿਆ ਪੁਲਿਸ ਵੱਲੋਂ, ਤੇ ਇਕੱਲੀ ਲੜਕੀ ਤੇ ਕੀਤਾ ਗਿਆ ਸੀ? ਦੇਖੋ ਜੋ ਦੱਸਿਆ ਗਿਆ ਸੀ ਉਸ ਵਕਤ ਸਾਨੂੰ, ਜੀ ਮਾਂ ਤੇ ਵੀ ਤਸ਼ੱਦਦ ਹੋਇਆ ਹੈ, ਜੀ ਕੁੜੀ ਤੇ ਬਹੁਤ ਤਸ਼ੱਦਦ ਹੋਇਆ ਹੈ। ਜੀ ਪਰ ਉਹ ਇੱਥੋਂ ਸਾਡੇ ਕੋਲੋਂ ਸਿਰਫ ਕਿਉਂਕਿ ਉਹ ਪਿੰਡ ਨੂੰ ਤੋੜ ਕੇ ਅਸੀਂ ਜੀ ਡਿਟੇਲ ਨਾਲ ਗੱਲ ਨਹੀਂ ਕੀਤੀ ਸੀ ਕਿ ਵੀ ਪੁਲਿਸ ਕਰਦੀ ਹੈ, ਕੋਈ ਜੀ। ਗੱਲ ਹੋਣੀ ਹੈ, ਕੋਈ ਗੱਲ ਨਹੀਂ, ਆਪਾਂ ਪੁੱਛਾਂਗੇ ਇਹਨਾਂ ਨੂੰ। ਜੀ ਪਰ ਜਦ ਜਿਉਂ-ਜਿਉਂ ਮੈਂ ਪੁਲਿਸ ਨੂੰ ਪੁੱਛਦਾ ਗਿਆ ਗੱਲ, ਜੀ ਕਿਉਂ ਮੇਰੀ ਹੈਰਾਨੀ ਇੰਨੀ ਹੁੰਦੀ ਗਈ, ਜੀ ਅੱਛਾ ਇੰਨਾ ਕੁਝ ਪੁਲਿਸ ਕਰ ਦਿੰਦੀ ਹੈ, ਪੁਲਿਸ ਕੋਲੇ ਇੰਨੀਆਂ ਫਾਸਟ ਪਾਵਰ ਜੀ ਵੀ ਉਹ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਉੱਚੀ ਹੈ, ਜੀ ਤੇ ਵੱਡੇ ਵੱਡੇ ਅਫਸਰ ਜਿਹੜੇ ਅਸੀਂ ਕਹਿੰਦੇ ਆ ਵੀ ਮਾਨਯੋਗ ਹਾਈ ਕੋਰਟ, ਜੀ ਮਾਨਯੋਗ ਡੀਜੀਪੀ, ਜੀ ਇਹ ਤੇ ਫਿਰ ਤਾਂ ਪੁਲਿਸ ਕੋਲੇ ਸਾਰਾ ਕੁਝ ਹੀ ਹੈ। ਜੀ ਮੈਂ ਚਲੋ ਇਹ ਬਾਰ-ਬਾਰ ਕੜੀ ਨਾਲ ਕੜੀ ਜੋੜਦੀ ਗਈ ਜਾਂਦੀ। ਐਡਵਾਈਜ਼ਰੀਆਂ ਇਹ ਜਿਹੀਆਂ ਆਈਆਂ ਹੋਈਆਂ ਜੀ। ਉਸ ਕੋਲੇ, ਜੀ ਅੱਜ ਵੀ ਇਹਨਾਂ ਕੋਲ ਅਵੇਲੇਬਲ ਹੈ ਜੀ ਵੀ ਜੇ ਕੰਮ ਕਰਨ ਤੇ ਬਹੁਤ ਵਧੀਆ ਅਫਸਰ ਬਣ ਸਕਦੇ ਹੈ, ਜੀ ਇਹ ਧਰਤੀ ਤੇ ਸਵਰਗ ਬਣ ਸਕਦਾ ਹੈ। ਜੀ ਪਰ ਐਡਵਾਈਜ਼ਰੀਆਂ ਨੂੰ ਔਰ ਆਰਡਰਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਪਰੇ ਰੱਖ ਦਿੰਦੇ ਆ, ਜੀ ਪਰੇ ਪਿੱਛੇ ਛੱਡ ਦਿੰਦੇ ਆ। ਜੀ ਹਰ ਜਗ੍ਹਾ ਲਿਖਿਆ ਹੈ ਕਿ ਤੁਸੀਂ ਦੋ ਗੱਲਾਂ ਦੇਖਣੀਆਂ, ਜਦੋਂ ਕੋਈ ਤੁਹਾਡੇ ਕੋਲ ਕੰਪਲੇਂਟ ਆ ਜਾਂਦੀ ਹੈ ਜੀ ਤਾਂ ਤੁਸੀਂ ਉਹਦੇ ਦੋ ਗੱਲਾਂ ਚੈੱਕ ਕਰਨੀਆਂ, ਜੀ ਵੈਦਰ ਦੀ ਕੇਸ ਇਜ਼ ਵੇਲੇਬਲ ਔਰ ਜੀ। ਨਾਨ ਵੇਲੇਬਲ, ਜੀ ਕੋਗਨੀਬਲ ਔਰ ਨਾਨ ਕੋਗਨੀਬਲ। ਜੀ ਇਹ ਹਰੇਕ ਗੱਲ ਨੂੰ, ਜੀ ਚਾਹੇ ਤੁਸੀਂ ਜਿਹੇ ਜਾਂ ਮਰਜ਼ੀ ਕੇਸ ਹੋਵੇ, ਜੀ ਅਸੀਂ ਪੜਤਾਲ ਨੂੰ ਲਾਉਂਦੇ ਹਾਂ। ਜੀ ਜਦ ਕਿ ਪੜਤਾਲ ਦਾ ਲਫ਼ਜ਼ ਜੀ ਸਿਵਲ ਕੇਸਾਂ ਹੈ। ਜੀ ਬਿਲਕੁਲ। ਜਦੋਂ ਅਗਰ ਤੁਹਾਡੇ
ਤੁਹਾਨੂੰ ਲੱਗਦਾ ਵੀ ਇਹ ਤੇ ਕੇਸ ਜਿਹੜਾ ਕੋਈ FIR ਦਰਜ ਕਰਕੇ ਜੀ ਤੇ ਉੱਤੇ ਪਰਚਾ ਹੋ ਜਾਣਾ ਉਦੋਂ ਜੀ ਕੋਈ ਇਹ ਨਹੀਂ ਹੈ ਵੀ ਕੱਲ ਨੂੰ ਕਰਾਂਗੇ ਜੀ, ਪਰਸੋਂ ਕਰਾਂਗੇ ਜੀ, ਮਹੀਨੇ ਨੂੰ ਕਰਾਂਗੇ। ਜੀ। ਜਦੋਂ ਅਸੀਂ ਪੜ੍ਹਦੇ ਹਾਂ ਕਾਨੂੰਨ, ਉਦੋਂ ਅਸੀਂ ਇਹ ਸੋਚਦੇ ਹਾਂ ਵੀ ਇਹ ਤਾਂ ਜਦ ਧਰਤੀ ਤੇ ਸਵਰਗ ਹੈ, ਸਾਡਾ ਕਾਨੂੰਨ ਵੀ ਬੜਾ ਵਧੀਆ। ਜੀ ਪਰ ਜਦੋਂ ਅਸੀਂ ਧਰਤੀ ਤੇ ਦੇਖਦੇ ਹਾਂ, ਉਦੋਂ ਦੇਖਦੇ ਹਾਂ ਕਿ ਨਹੀਂ ਯਾਰ, ਜੇ ਪੁਲਿਸ ਦਾ ਇੱਕ ਸਿਪਾਹੀ ਚਾਹੇ ਜੀ ਉਹਦੇ ਕੋਲ ਪਾਵਰ ਜ਼ਿਆਦਾ ਹੈ। ਜੀ ਮਾਨਯੋਗ ਹਾਈ ਕੋਰਟ ਦੇ ਜੱਜ ਨਾਲੋਂ, ਜੀ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਨਾਲੋਂ ਜੀ ਉਹਦੀ ਆਰਡਰ ਤਾਂ ਸ਼ਾਇਦ ਉਹ ਪਰੇ ਮਾਰੇਗਾ, ਜੀ ਮੰਨੇ ਜਾਂ ਨਾ ਮੰਨੇ। ਪਰ ਅਗਰ ਉਹ ਚਾਹੇ ਤਾਂ ਛੋਟੇ ਤੋਂ ਛੋਟੇ ਜੁਰਮ ਤੇ ਵੀ ਵੱਡੇ ਤੋਂ ਵੱਡਾ ਕੇਸ ਬਣਾ ਦਿੰਦਾ। ਹੁਣ ਥਾਣੇ 'ਚ ਮੁਨਸ਼ੀ ਜਿਹੜਾ ਹੌਲਦਾਰ ਹੁੰਦਾ ਜੀ ਜੀ ਜਾਂ ਸਿਪਾਹੀ ਵੀ ਹੁੰਦਾ, ਉਹਦੀ FIR ਇਕੱਠੀ ਸੁਪਰੀਮ ਕੋਰਟ ਤੱਕ ਜਾਂਦੀ। ਸੁਪਰੀਮ ਕੋਰਟ ਦਾ ਬਿਲਕੁਲ ਜੋ ਉਹਨੇ ਉਸ ਸਮੇਂ ਲਿਖਤਾ, ਪੁਲਿਸ ਵਿਭਾਗ ਦੇ ਵਿੱਚ ਉਸ ਪੁਲਿਸ ਅਫਸਰ ਨੂੰ ਬਹੁਤ ਵਧੀਆ ਐਕਸਪੀਰੀਅੰਸ ਵਾਲਾ ਗਿਣਿਆ ਜਾਂਦਾ, ਜਿਹੜਾ ਕੇਸ ਨੂੰ ਜ਼ਿਆਦਾ ਫੈਬਰੀਕੇਟ ਕਰਦਾ, ਜਿਹੜਾ ਉਹਦੇ ਝੂਠੇ ਗਵਾਹ ਪਾਉਂਦਾ। ਜੀ ਸਹੀ ਹੈ। ਤੁਸੀਂ ਕੇਸ ਦੇਖੋ, ਚਲਾਨ ਲੋਕਾਂ ਦੇ ਕਿਸ ਤਰ੍ਹਾਂ ਮਤਲਬ ਵਿੱਚ ਉਹਨੂੰ ਫੈਬਰੀਕੇਸ਼ਨ ਉੱਚ ਕੀਤੀ ਪਈ ਹੈ। ਜੀ ਐਕਚੁਅਲੀ ਰਾਣਾ ਜੀ ਗੱਲ ਆ, ਜਿਹੜਾ ਇਕਬਾਲ ਦਾ ਕੇਸ ਆ, ਇਹਦੇ 'ਚ ਪੁਲਿਸ ਦੇ ਮਤਲਬ ਡਬਲ ਪੱਖ ਦੀ ਆ ਵੀ ਆਮ ਪਬਲਿਕ ਵਾਸਤੇ ਹੋਰ, ਤੇ ਜੇ ਪੁਲਿਸ ਦੇ ਕਿਸੇ ਅਫਸਰ ਦੇ ਅਗੇਂਸਟ ਕੇਸ ਆ ਤੇ ਉਹਦੇ ਵਾਸਤੇ ਹੋਰ। ਕਿਉਂਕਿ ਇੱਕ ਤੁਸੀਂ ਦੇਖੋ, ਤੁਸੀਂ ਇੱਕ ਆਮ ਪੁਲਿਸ ਨੂੰ ਮਿਲਦੇ ਹੋ, ਅਸੀਂ ਵੀ ਸਾਰੇ ਪੰਜਾਬ ਦੇ ਵਿੱਚ ਕੇਸ ਦੇਖਦੇ ਆ ਜਿੱਥੇ ਵੀ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਕੋਈ ਹਨ। ਤੁਸੀਂ ਦੇਖੋ ਵੀ ਕਿ ਜਿਹੜੀ ਆਮ ਪਬਲਿਕ ਆ, ਜੇ ਉਹਦੇ ਤੇ ਇੱਕ FIR ਹੋ ਜਾਵੇ ਨਾ, ਮਤਲਬ ਕੀ ਕਹਿੰਦੇ ਕੰਪਲੇਂਟ ਹੀ ਹੋ ਜੇ, ਤੇ ਪੁਲਿਸ ਵਾਲੇ ਤੇ ਕੀ ਕਹਿੰਦੇ ਆ ਵੀ ਮਤਲਬ ਸਾਰਾ ਟੱਬਰ ਚੱਕ ਲਿਆਉਂਦੇ, ਉਹਦੀਆਂ ਬਰੂਹਾਂ ਨੀਵੀਆਂ ਕਰ ਦਿੰਦੇ ਆ ਮਾਰ ਕੇ, ਕੀ ਕਹਿੰਦੇ ਆ ਗੇੜੇ ਮਾਰ ਕੇ ਵੀ ਚਲੋ ਘਰ ਨਹੀਂ ਆ ਤੇ ਉਹਦਾ ਪਰਿਵਾਰ ਹੀ ਚੱਕ ਲੈਣਗੇ। ਹੁਣ ਇਹਦਾ ਪਰਿਵਾਰ ਵੀ ਚੱਕ ਲਿਆ, ਮੇਨ ਤੇ ਰੌਲਾ ਪਿਆ ਨਾ ਜਦੋਂ ਇਹਨਾਂ ਨੂੰ ਚੱਕ ਲਿਆ। ਅੱਛਾ, ਕੀ ਇੱਕ DSP ਆ ਜਿਹੜਾ ਇੱਕ ਡਿਊਟੀ ਕਰ ਰਿਹਾ ਵਾ, ਡਿਊਟੀ ਦੇ ਉੱਤੇ ਆ, ਉਹਦੇ ਤੇ FIR ਦਰਜ ਆ, ਸਗੋਂ ਜੇ ਪੁਲਿਸ ਅਫਸਰ ਤੇ ਕਿਸੇ ਪੁਲਿਸ EMPLOYEE ਦੇ ਉੱਤੇ ਪਰਚਾ ਦਰਜ ਹੈ ਤੇ ਉਹ ਸੀਰੀਅਸਲੀ ਲੈਣ ਵਾਲਾ, ਕਿਉਂਕਿ ਉਹ ਕਾਨੂੰਨ ਨੂੰ ਸਮਝਦੇ ਆ, ਉਹਨੇ ਕਾਨੂੰਨ ਨੂੰ ਹੱਥ ਪਾਇਆ। ਜੀ ਬਿਲਕੁਲ ਬਿਲਕੁਲ ਰਾਈਟ। ਹਾਂ, ਆਮ ਬੰਦਾ ਤੇ ਮਤਲਬ ਉਹਨੂੰ ਪਤਾ ਹੀ ਨਹੀਂ ਹੈ, ਨੌਲੇਜ ਨਹੀਂ ਹੈ ਵੀ ਆ ਗੈਰ ਕਾਨੂੰਨੀ ਹੋ ਰਿਹਾ ਕਿ ਕੀ ਹੋ ਰਿਹਾ, ਪਰ ਉਹ ਜਿਹੜਾ ਵਾ ਉਹਨੇ ਕਾਨੂੰਨ ਨੂੰ ਸਮਝਦੇ ਆ। ਮਤਲਬ ਉਹ ਮਤਲਬ ਇੱਕ DGP ਇੱਕ DGP ਲੈਵਲ ਦੇ ਅਧਿਕਾਰੀ ਨੇ ਜਾਂਚ ਦੇ ਵਿੱਚ ਕਲੀਅਰ ਕੀਤੀ ਇਹਨਾਂ ਦੀ ਨਜਾਇਜ਼ ਹਿਰਾਸਤ। ਇਸ ਤੋਂ ਵੱਧ ਹੁਣ ਕਿੱਥੇ, ਮਤਲਬ ਹੋਰ ਇਹਨਾਂ ਨੇ 16 ਸਾਲ ਪਹਿਲਾਂ ਜਾਂਚ, 3 ਮਹੀਨੇ ਹੁਣ ਹੋ ਗਏ ਆ ਕਿ ਇਹ ਮੈਂ ਤੇ ਹੈਰਾਨ ਆ ਜਗਰਾਉਂ ਪੁਲਿਸ ਤੋਂ। ਤੇ ਵਾਰੇ ਜਾ ਕੇ ਆਪਾਂ SSP ਸਾਹਿਬ ਆਪਣੇ ਜਿਹੜੇ IPS ਆ, ਜਿਹੜੇ ਕਹਿੰਦੇ ਆ ਵੀ ਆਪਾਂ ਅਰੈਸਟ ਨਹੀਂ ਕਰ ਸਕਦੇ। ਜੀ ਹਾਂਜੀ ਦੱਸੋ। ਮੈਂ ਇੱਕ ਗੱਲ ਇੱਥੇ ਹੋ ਜਾਣਾ ਚਾਹੁੰਦਾ ਜੀ ਬਈ ਉਸ ਟਾਈਮ ਦੇ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਦੋ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਜੁਰਮ ਕੀਤੇ ਆ ਜਾਣਕਾਰੀ, ਉਹ ਹੈਗਾ ਇੱਕ ਗੁਰਿੰਦਰ ਸਿੰਘ ਬੱਲ ਜੀ, ਇੱਕ ਹੈਗਾ ਰਾਜਦੀਪ ਸਿੰਘ ਜੀ। ਦੋਨੋਂ ਹੀ ਅਫਸਰ ਨਜਾਇਜ਼ ਲਾਏ ਹੋਏ ਜੀ ਕਾਨੂੰਨਾਂ ਤੋਂ ਨਾਜਾਇਜ਼ ਜਾ ਜੀ। ਅਸੀਂ ਸਾਰੇ ਮੁਲਾਜ਼ਮ ਸਮਝਦੇ ਹਾਂ ਜਿਹੜੇ ਸੁਪਰਵਾਈਜ਼ਰੀ ਅਫਸਰ ਹੁੰਦਾ ਹੈ ਉਹਦੀ CR ਦਾ ਪਤਾ ਬਾਅਦ ਜੀ। ਕੀ ਲੱਗਦਾ ਆਪਾਂ ਨੂੰ ਵੀ ਜਿਹੜਾ ਮੌਕੇ ਦਾ ਉਹ DVD SSP ਸੀ ਉਦੋਂ IPS ਹੈ ਜੀ, ਅਸੀਂ ਬੜਾ ਦਿਮਾਗੀ ਕਹਿੰਦੇ ਹੁੰਦੇ IPS ਨੂੰ, ਕੀ ਉਹਦੀ ਨਿਗਾਹ ਤੋਂ ਬਿਨਾਂ ਹੀ ਇਹ ਸਭ ਕੁਝ ਵਾਪਰਦਾ ਰਿਹਾ ਵੀ ਇੱਥੇ ਕੌਣ ਥਾਣੇਦਾਰ ਲੱਗਿਆ, ਕੌਣ ਮਤਲਬ ਲੱਗਿਆ। ਇਹ ਦੋਨੋਂ ਅਫਸਰਾਂ ਕੋਲੇ ਨਾ ਤਾਂ ਵਿਜੀਬਲ ਸੀ ਜੀ, ਨਾ ਹੀ ਉਹ ਥਾਣਾ ਸੀ ਜੀ। ਤੇ ਫਿਰ ਇਹ ਮੈਂ ਤਾਂ ਇੱਥੇ ਇੱਕ ਉਂਗਲੀ ਉੱਠਦੀ ਹੈ, ਮੈਂ ਕ੍ਰਿਟਿਸਿਜ਼ਮ ਨਹੀਂ ਕਰਦਾ, ਮਾਨਯੋਗ ਅਦਾਲਤਾਂ ਤੇ ਥਾਣੇ ਵੰਡੇ ਹੋਏ ਹੈ ਜੀ। ਵੀ ਆਹ ਦੀ ਥਾਣਾ ਰਾਏਕੋਟ ਫਲਾਣੇ ਦਾ ਸਾਹਿਬ ਕੋਲੇ ਹੈ, ਜੀ। ਆ ਫਲਾਣਾ ਥਾਣਾ ਫਲਾਣੇ ਦਾ ਸਾਹਿਬ ਕੋਲੇ ਹੈ। ਜੀ ਕਿ ਜੇ ਥਾਣਾ ਹੀ ਹੈ ਨਹੀਂ ਸੀ ਤੇ ਫਿਰ ਮਾਨਯੋਗ ਅਦਾਲਤ ਕੇਸ ਕਿੱਦਾਂ ਸੁਣਦੀ ਰਹੀ। ਜੀ ਐਕਚੁਅਲੀ ਰਾਣਾ ਜੀ ਗੱਲ ਇਹ ਆ ਵੀ ਮੇਨ ਚੀਜ਼ ਇਹ ਹੋਈ ਆ ਵੀ ਪੁਲਿਸ ਜਿਹੜੀ ਆ ਨਾ, ਖਾੜਕੂਵਾਦ ਤਾਂ ਪੰਜਾਬ 'ਚੋਂ ਖਤਮ ਹੋ ਗਿਆ, ਪਰ ਪੁਲਿਸ ਦੀ ਮਾਨਸਿਕਤਾ ਨਹੀਂ ਖਤਮ ਹੋਈ। ਉਹ ਖਤਮ ਨਹੀਂ। ਮਾਨਸਿਕਤਾ ਉੱਥੇ ਦੀ ਉੱਥੇ, ਜਿੱਦਾਂ ਖਾੜਕੂਵਾਦ ਸਮੇਂ 'ਚ ਕੰਮ ਕਰਦੇ ਸੀ, ਜਿੱਥੇ ਮਰਜ਼ੀ ਜਿੱਥੇ ਮਰਜ਼ੀ ਥਾਣਾ ਬਣਾ ਦਿਓ, ਜਿਹਨੂੰ ਮਰਜ਼ੀ ਚੱਕ ਲਓ, ਟੰਗ ਦਿਓ, ਮਾਰ ਦਿਓ, ਮਤਲਬ ਉਹ ਅਜੇ ਵੀ ਚੱਲਦਾ। ਪਰ ਇਹ ਗੱਲ ਇਹ ਸਿਰਫ ਇੰਨੀ ਆ ਵੀ ਲੋਕ ਅੱਗੇ ਨਹੀਂ ਆਉਂਦੇ, ਪੁਲਿਸ ਲੋਕਾਂ ਦਾ ਨਜਾਇਜ਼ ਐਜੀਟੇਟਿਵ ਬਹੁਤ ਹੁੰਦੀ। ਇਹ ਮਾਨਸਿਕਤਾ ਤਾਂ ਇਸ ਗੱਲ ਦੇ ਵਿੱਚੋਂ ਰਾਣਾ ਸਾਹਿਬ ਸਾਬਤ ਹੁੰਦੀ ਆ ਕਿ ਜਿਹੜਾ ਕੇਸ ਮੇਰੇ ਤੇ ਪਾਇਆ ਗਿਆ, ਜਿਹਦੇ ਵਿੱਚ ਮੈਨੂੰ 3 ਸਾਲ ਜੇਲ੍ਹ ਰੱਖਿਆ ਗਿਆ, ਉਸ ਕੇਸ ਦੇ ਵਿੱਚ ਨਾ ਤਾਂ ਥਾਣਾ, ਨਾ ਗੁਰਿੰਦਰ ਸਿੰਘ ਬੱਲ SHO ਲੱਗਣ ਦੀ ਯੋਗਤਾ ਰੱਖਦਾ, ਤੇ ਜਿਹੜੀਆਂ ਉਹਨੇ ਰੇਡਾਂ ਮਾਰੀਆਂ ਉਹਦੇ ਕੋਈ ਵਹੀਕਲ ਨਹੀਂ ਗਈ, ਰੋਜ਼ਨਾਮ 'ਚ ਇੱਕ ਵੀ ਰੇਡ ਦਰਜ ਨਹੀਂ ਗਈ, ਸਾਰੇ ਦਾ ਸਾਰਾ ਕੁਝ ਹੀ ਫਰਜ਼ੀ ਆ। ਹੁਣ ਇਕਬਾਲ ਜੀ ਤੁਸੀਂ ਹਾਂ ਗੱਲ ਕਰਦੇ ਆ, ਹੁਣ ਜਦੋਂ ਇੱਧਰ ਕੋਰਟ 'ਚ ਕੇਸ ਗਿਆ ਨਾ, ਇੱਧਰ ਵੀ ਇਹੀ ਕੁਝ ਹੋਣਾ, ਫਰਜ਼ੀ ਰੇਡਾਂ ਬਣਾਉਣਗੇ ਵੀ ਅਸੀਂ DSP ਵਾਸਤੇ ਮਾਰਦੇ ਰਹੇ ਆ, ਤੇ ਉਹ ਡਿਊਟੀ ਤੋਂ ਪਤਾ ਨਹੀਂ ਗਾਹ ਕਿਤੇ ਕੰਮ ਗਿਆ ਸੀ। ਜੀ
ਭਗਵਾਨ ਜੀ, ਜੇਕਰ ਆਪਾਂ ਲਾਸਟ ਵਿੱਚ ਗੱਲ ਕਰੀਏ ਹਾਂਜੀ। ਤਾਂ ਅੱਗੇ ਤੁਹਾਡਾ ਕੀ ਸੰਘਰਸ਼ ਹੋਵੇਗਾ? ਕਿਉਂਕਿ ਕੱਲ ਵੀ ਤੁਸੀਂ ਮਿਲ ਲਈ, ਮੈਨੂੰ ਲੱਗਦਾ ਫਿਰ ਲਾਰਿਆਂ ਦੀ ਪੂਰੀ ਮਿਲੀ ਹੋਈ ਹੈ। ਬਿਲਕੁਲ ਬਿਲਕੁਲ, ਜਿਵੇਂ ਦੱਸਿਆ ਹੀ ਆ ਢਾਲੀਵਾਲ ਸਾਹਿਬ ਨੇ ਵੀ ਕੱਲ ਜਿਹੜੀ ਆ ਗੱਲ ਸੁਣਨ ਨੂੰ ਮਿਲੀ ਹੈਰਾਨੀਜਨਕ, ਤੇ ਜਥੇਬੰਦੀਆਂ ਦਾ ਫਿਰ ਜਿਹੜਾ ਸਾਂਝਾ ਫੈਸਲਾ ਵਾ ਉਹ ਇਹ ਹੋਇਆ ਵੀ ਕਿ 11 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੇ ਮੀਟਿੰਗ ਸੱਦ ਲਈ ਆ, ਤੇ ਉਸ ਮੀਟਿੰਗ ਦੇ ਵਿੱਚ ਅਗਲੇ ਜਿਹੜੇ ਪੱਕੇ ਧਰਨੇ ਤੇ ਬਹਿਣਾ ਵਾ ਉਹਦਾ ਜਿਹੜਾ ਪ੍ਰੋਗਰਾਮ ਆ ਉਹ ਉਲੀਕ ਦਿੱਤਾ ਜਾਊਗਾ। ਇੱਕ ਤੁਹਾਡਾ 26 ਜਨਵਰੀ ਨੂੰ ਪੱਕਾ ਧਰਨਾ ਲੱਗਣਾ ਸੀ, ਉਸ ਬਾਰੇ ਵੀ ਤੁਸੀਂ ਦੱਸ ਕੇ ਦਿਓ ਵੀ ਕਿਉਂ ਉਹ ਜਿਹੜਾ ਕੈਂਸਲ ਕੀਤਾ ਗਿਆ ਜਾਂ ਕਿਉਂ ਬਦਲ ਦਿੱਤਾ? ਉਹ 24 ਤਰੀਕ ਨੂੰ ਜਾਣੀ ਕਿ 2 ਦਿਨ ਪਹਿਲਾਂ ਇਸ ਐਸਐਸਪੀ ਕੇਤਨ ਪਾਟਨ ਬਾਲੀ ਰਾਮ ਨੇ ਤੇ ਇਹਦੇ ਨਾਲ ਜਿਹੜੇ ਐਸਪੀ ਅਧਿਕਾਰੀ ਸੀਗੇ ਉਹਨਾਂ ਨੇ ਬੁਲਾ ਕੇ ਵਿਸ਼ਵਾਸ ਦਿਵਾਇਆ ਸੀ ਪੰਚਾਇਤੀ ਤੌਰ ਤੇ ਕਿ ਅਸੀਂ ਮੁਕੱਦਮੇ ਨੂੰ ਕੈਂਸਲ ਨਹੀਂ ਕਰਾਂਗੇ ਤੇ 1 ਮਹੀਨੇ ਦੇ ਵਿੱਚ ਵਿੱਚ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਦੋਸ਼ੀ ਗੁਰਿੰਦਰ ਸਿੰਘ ਬੱਲ ਨੂੰ ਗ੍ਰਿਫਤਾਰ ਕਰ ਲਾਂਗੇ। ਇਹ ਭਰੋਸਾ ਦਿੱਤਾ ਸੀਗਾ, ਪਰ ਉਹ ਭਰੋਸੇ ਤੋਂ ਮਤਲਬ ਮੁੱਕਰ ਗਈ ਤੇ ਉਲਟਾ ਜਿਹੜੀ ਮਤਲਬ ਕਿਹਾ ਜਾ ਰਿਹਾ ਵੀ ਜਿਹੜੀ ਫਾਈਲ ਆ ਉਹ ਚੰਡੀਗੜ੍ਹ ਮੰਗਵਾ ਲਈ ਜਾਂ ਭੇਜਤੀ, ਜੋ ਵੀ ਆ। ਜਿਹੜੀ 11 ਤਰੀਕ ਮਾਰਚ ਨੂੰ ਇਸ ਨੂੰ ਤੁਹਾਡੀ ਮੀਟਿੰਗ ਹੈ। ਹਾਂਜੀ, ਹੁਣ ਜਿਹੜਾ ਨਵਾਂ ਅੱਗੇ ਵਾਲਾ ਸੰਘਰਸ਼ ਉਲੀਕਿਆ ਜਾਏ, ਉਹ ਪੱਕੇ ਧਰਨੇ ਤੇ ਬੈਠਣ ਦਾ ਜਿਹੜਾ ਪ੍ਰੋਗਰਾਮ ਆ ਉਹ ਜਥੇਬੰਦੀਆਂ ਵੱਲੋਂ ਉਲੀਕ ਦਿੱਤਾ ਜਾਣਾ, ਕਿਉਂਕਿ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾਗਾ। ਔਰ ਪੁਲਿਸ ਆ ਜਿਹੜੀ ਇਸ ਗੱਲ ਲਈ ਮਜਬੂਰ ਕਰ ਰਹੀ ਆ ਕਿ ਅਸੀਂ ਇਨਸਾਫ ਲੈਣ ਲਈ ਸੜਕਾਂ ਤੇ ਆਈਏ। ਲਾਸਟ ਵਿੱਚ ਦਰਸ਼ਕਾਂ ਨੂੰ ਇੱਕ ਹੋਰ ਜਾਣਕਾਰੀ ਦਿਓ, ਜਿਹੜਾ ਤੁਹਾਡੇ ਤੇ ਮੁਕੱਦਮਾ ਦਰਜ ਹੋਇਆ ਸੀ, ਤੁਸੀਂ ਜੇਲ੍ਹ ਗਈ, ਉਸ ਦਾ ਅੱਜ ਤੱਕ ਕੀ ਬਣਿਆ? ਉਹ ਤੋਂ ਮੈਂ ਬਰੀ ਹੋ ਗਿਆ ਸੀਗਾ 2014 ਦੇ ਵਿੱਚ ਮੈਂ ਬਰੀ ਹੋ ਗਿਆ ਸੀ, ਕਿਉਂਕਿ ਸਾਰੇ ਦਾ ਸਾਰਾ ਝੂਠਾ ਸੀ, A ਤੋਂ Z ਤੱਕ ਝੂਠਾ ਸੀਗਾ। ਅੱਜ ਤੱਕ ਇੱਕ ਵੀ ਗੱਲ ਉਸ ਇਸੇ ਕਰਕੇ ਹੀ ਗੁਰਿੰਦਰ ਸਿੰਘ ਬੱਲ ਵੀ ਹੁਣ ਵੀ ਉਹ ਜ਼ਮਾਨਤ ਲੈਣ ਵਾਸਤੇ ਅਦਾਲਤ ਦੇ ਵਿੱਚ ਇਸੇ ਕਰਕੇ ਨਹੀਂ ਜਾ ਰਿਹਾ ਕਿ ਉਹਨੂੰ ਪਤਾ ਵਾ ਕਿ ਰਿਕਾਰਡ ਇੰਨਾ ਜ਼ਿਆਦਾ ਹੈ ਇਹਨਾਂ ਕੋਲੇ, ਜਿਹੜਾ ਉਹਨੇ ਫਰਜ਼ੀ ਬਣਾਇਆ ਸੀਗਾ ਤੇ ਉਹਦੇ ਵਿੱਚ ਉਹਦਾ ਬਚਾਅ ਨਹੀਂ ਹੈਗਾ। ਇੱਕ ਸਾਡੇ ਦਰਸ਼ਕਾਂ ਨੂੰ ਇਕਬਾਲ ਜੀ ਹੋਰ ਜਾਣਕਾਰੀ ਦਿਓ ਥੋੜੀ ਜੀ, ਸ਼ਾਰਟ ਟਾਈਮ ਦੀ ਆਪਾਂ ਗੱਲ ਕਰੀਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਨੂੰ ਹੀ ਪੁਲਿਸ ਨੇ ਟਾਰਗੇਟ ਕਿਉਂ ਬਣਾਇਆ? ਮੈਨੂੰ ਟਾਰਗੇਟ ਇਸ ਕਰਕੇ ਬਣਾਇਆ ਸੀ ਕਿ ਮੈਂ ਉਸ ਟਾਈਮ ਵੱਖ-ਵੱਖ ਜਥੇਬੰਦੀਆਂ ਵਿੱਚ ਕੰਮ ਕਰਦਾ ਸੀ ਔਰ ਪੁਲਿਸ ਦੇ ਖਿਲਾਫ ਜਿਹੜੇ ਪੁਲਿਸ ਅਤਿਆਚਾਰ ਕਰਦੀ ਸੀ ਆਮ ਲੋਕਾਂ ਤੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦਾ ਸੀ। ਗੁਰਿੰਦਰ ਸਿੰਘ ਬੱਲ ਉਸ ਟਾਈਮ 2 ਨੰਬਰ ਦੇ ਵਿੱਚ SHO ਲੱਗਿਆ ਸੀ। ਅੱਜ ਵੀ ਮੇਰੇ ਕੋਲੇ RTI ਦੇ ਵਿੱਚ ਪੁਲਿਸ ਤੋਂ ਲਿਖ ਕੇ ਲਿਆ ਹੋਇਆ ਕਿ ਉਸ ਟਾਈਮ ਥਾਣਾ ਹੈ ਨਹੀਂ ਸੀ ਔਰ ਇਹਨੂੰ SHO ਲਾਉਣ ਵਾਸਤੇ ਇਹਨਾਂ ਕੋਲੇ ਕੋਈ ਹੁਕਮ ਹੀ ਹੈ ਨਹੀਂ, ਉਹ ਜਵਾਨੀ ਕਲਾਮੀ ਲੱਗਿਆ ਹੋਇਆ ਸੀ। ਕਿ ਜੇ ਤੁਸੀਂ 16 ਸਾਲ ਤੇ 3 ਮਹੀਨੇ ਕਾਰਜਵਿਧੀ ਨਾਲ ਲੜੇ ਆ ਤਾਂ ਸੱਚ ਬੋਲਣ ਦੀ ਸਜ਼ਾ ਮਿਲੀ ਤੁਹਾਨੂੰ। ਬਿਲਕੁਲ, ਇਹ ਸੱਚ ਬੋਲਣ ਦੀ ਸਜ਼ਾ ਜਿਹੜੀ ਉਹ ਮਿਲਦੀ ਆ, ਹੁਣ ਵੀ ਮਿਲਦੀ ਆ। ਜਿਹੜਾ ਵੀ ਕੋਈ ਸੱਚ ਬੋਲਦਾ ਵਾ ਉਹਨੂੰ ਸਜ਼ਾ ਇਹੀ ਮਿਲਣੀ ਹੁੰਦੀ ਹੈ ਜੀ। ਸਤਨਾਮ ਜੀ, ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਇਹੀ ਕਹਿੰਦਾ ਵੀ ਆਪਣੇ SSP ਸਾਹਿਬ ਜਿਹੜੇ IPS ਅਫਸਰ ਨੇ ਇੱਥੇ ਲੱਗੇ ਨੇ, ਉਹਨਾਂ ਨੂੰ ਇਹ ਗੱਲ ਦਾ ਜਵਾਬ ਜ਼ਰੂਰ ਦੇ ਦੇਣਾ ਚਾਹੀਦਾ ਵੀ ਕਾਨੂੰਨ ਕਿਹੜਾ ਵਾ, ਕਿਹੜੇ ਕਾਨੂੰਨ ਦੇ ਵਿੱਚ ਅਸੀਂ ਅਰੈਸਟ ਨਹੀਂ ਕਰਦੇ ਤੇ ਕੀ ਪਬਲਿਕ ਵਾਸਤੇ ਤੇ ਇਸ ਮਤਲਬ ਕੇਸ ਦੇ ਨਾਲ ਅਸੀਂ ਬਰਾਬਰਤਾ ਤੇ ਚੱਲਦੇ ਹਾਂ ਵੀ ਆਮ ਪਬਲਿਕ ਨੂੰ ਵੀ ਅਸੀਂ ਇਨਵੈਸਟੀਗੇਸ਼ਨ 'ਚ ਰੱਖਦੇ ਹਾਂ ਜਾਂ ਇਨਕੁਆਇਰੀ 'ਚ ਰੱਖਦੇ ਹਾਂ, ਉਹਦੀ ਵੀ ਅਰੈਸਟ ਨਹੀਂ ਪਾਉਂਦੇ ਜੀ। ਦੱਸਦੇ ਜਿਹੜਾ ਕਾਨੂੰਨ ਕਹਿੰਦਾ ਅਸੀਂ ਜੇ ਲੋਕੀ ਸੁੱਖ ਜੀ ਦੇ ਸੌਂਦੇ ਤਾਂ ਸਾਡੇ ਕਰਕੇ ਸੌਂਦੇ, ਅਸੀਂ ਲੋਕਾਂ ਦੇ ਇਨਸਾਫ ਵਾਸਤੇ ਬੈਠੇ, ਕੀ ਕਹਿਣਾ ਚਾਹੁੰਦੇ? ਮੈਂ ਤੇ ਮੇਰਾ ਓਪੀਨੀਅਨ ਇਹ ਹੋਊਗਾ ਜੀ ਕਿ ਕਾਨੂੰਨ ਦੇ ਹੱਥ ਕਹਿੰਦੇ ਜੀ ਬਹੁਤ ਲੰਬੇ ਹੁੰਦੇ ਆ ਜੀ। ਇਹ ਲੰਬੇ ਹੱਥ ਕਾਨੂੰਨ ਦੇ ਸਿਰਫ ਗਰੀਬਾਂ ਦੀ ਧੌਣ ਤੱਕ ਤਾਂ ਪਹੁੰਚ ਜਾਂਦੇ ਆ ਜੇ ਕੋਈ ਗਰੀਬ ਆਦਮੀ ਹੈ ਜੀ। ਅਮੀਰਾਂ ਦੀ ਜੇ ਕੋਈ ਉਮੀਦ ਹੋਵੇ ਬੰਦਾ ਦੇਖ ਲੈਣ ਵੀ ਇਹਦੇ ਕੋਈ ਜੇਬ 'ਚ ਪੈਸੇ ਹੈਗੇ ਆ ਜਾਂ ਕੁਛ ਹੈਗਾ, ਉੱਥੇ ਇਹਨਾਂ ਦੇ ਹੱਥ ਨੇੜੇ ਨੂੰ ਸੁੰਗੜ ਕੇ ਛੋਟੇ ਛੋਟੇ ਹੋ ਜਾਂਦੇ ਆ ਜੀ। ਇੱਕ ਗੱਲ ਮੈਂ ਇੱਥੇ ਹੋਰ ਵੀ ਕਹਿ ਰਿਹਾ, ਇਸ ਤਰ੍ਹਾਂ ਅਗਰ ਜੇ ਪੁਲਿਸ ਇੱਦਾਂ ਹੀ ਕਰਦੀ ਹੈ ਜੀ ਤੇ ਦੇਖੋ ਪਹਿਲਾਂ ਹੀ 50% ਤੇ ਲੋਕਾਂ ਦਾ, ਮੈਂ ਅੱਜ ਵੀ ਗੱਲ ਕਰਦਾ ਰਹਿਣਾ ਹੈ, ਮੈਂ ਐਕਟਿਵਿਸਟ ਹਾਂ ਜਥੇਬੰਦੀਆਂ 'ਚ, ਤੇ ਲੋਕਾਂ ਦੇ ਓਪੀਨੀਅਨ ਆਉਂਦੇ ਆ, ਉਹ ਕਹਿੰਦੇ ਵੀ ਕਾਨੂੰਨਾਂ ਦੀ ਚੀਜ਼ ਤਾਂ ਕੁਝ ਹੈ ਨਹੀਂ ਜੀ। ਤੇ ਜੇ ਫਿਰ ਲੋਕਾਂ 'ਚ ਇਹ ਗੱਲ ਆ ਗਈ ਸਾਰਿਆਂ 'ਚ 75% 'ਚ, ਤੇ ਫਿਰ ਹੱਲ ਕੀ ਹੁੰਦੇ ਆ, ਤੇ ਫਿਰ ਲੋਕ ਆਪ ਇਨਸਾਫ ਲੈ ਲੈਂਦੇ ਆ। ਇਸ ਕਰਕੇ ਹੁਣ ਤੋਂ ਸਮਝ ਜਾਣਾ ਚਾਹੀਦਾ ਹੈ ਪੁਲਿਸ ਨੂੰ, ਕਾਨੂੰਨ ਨੂੰ, ਪ੍ਰਸ਼ਾਸਨ ਨੂੰ ਕਿ ਅਸੀਂ ਇੰਨਾ ਅਤਿਆਚਾਰ ਨਾ ਕਰੀਏ ਕਿ ਲੋਕ ਉੱਠ ਕੇ ਚੀਜ਼ਾਂ ਆਪ ਲੈਣ, ਇਨਸਾਫ ਕੌਣ ਦੇਗਾ ਜੀ। ਯਾਨੀ ਹੁਣ ਜਿਵੇਂ ਜਥੇਬੰਦੀਆਂ ਨੇ ਡਿਕਲੇਅਰ ਕੀਤਾ ਨਾ, ਕਿ ਜਥੇਬੰਦੀਆਂ ਨੂੰ ਇਹ ਮਜਬੂਰ ਨਾ ਹੋਣਾ ਪੈ ਜੇ ਕਿ ਫਿਰ ਉਹ ਇਨਸਾਫ ਲੈਣ, ਨਾ ਕਿ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ, ਪਰ ਜੇ ਖੋਹ ਕੇ ਲਿਆ ਇਨਸਾਫ ਜਾਂ ਜੋਰ ਜਬਰਦਸਤੀ ਨਾਲ ਲਿਆ, ਉਹ ਫਿਰ ਨਾ ਇਨਸਾਫ ਲੈਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਦੇਣ ਵਾਲਾ ਫਿਰ ਮਜਬੂਰੀ ਦੇ ਦਿੰਦਾ ਹੀ ਹੈ ਜੀ। ਹੁਣ ਗੱਲ ਰਾਣਾ ਜੀ ਇੰਨੀ ਆ ਵੀ ਅਦਾਲਤ ਦਾ ਕੰਮ ਵੀ ਪੁਲਿਸ ਨੇ ਕਰਨਾ
ਜੀ ਬਿਲਕੁਲ ਅਦਾਲਤ ਦਾ ਇੱਕ ਵੱਖਰਾ ਵਾ, ਉੱਥੇ ਐਡਵੋਕੇਟ ਆ, ਸਾਰਿਆਂ ਨੇ ਮਤਲਬ ਆਪਣੀਆਂ ਗਵਾਹੀਆਂ ਦੇ ਵਿੱਚ ਵਿਟਨੈਸ ਸਾਰਾ ਕੁਝ ਹੋਣਾ। ਉਹ ਪੁਲਿਸ ਨੇ ਥੋੜਾ ਕਰਨਾ, ਆਪੇ ਪਰਚਾ ਦਰਜ ਕੀਤਾ ਤੇ ਆਪੇ ਉਹਦਾ ਗੱਡੀ ਉਹਨੂੰ ਡਿਸਾਈਡ ਆ ਗ੍ਰਿਫਤਾਰ ਕਰਕੇ ਉਹਨੂੰ ਕੋਰਟ ਦੇ ਵਿੱਚ ਭੇਜਣ, ਅਦਾਲਤ ਦੇ ਵਿੱਚੋਂ ਬਰੀ ਹੋ ਜਾਵੇ, ਜੋ ਝੂਠਾ ਵਾ ਤਾਂ ਬਰੀ ਹੋ ਜਾਵੇ। ਆਮ ਅਪਰਾਧੀ ਕੀ ਕਹਿੰਦੇ ਆ ਵੀ ਇਹਨਾਂ ਨੇ ਕਤਲ ਕੇਸਾਂ ਚੋਂ ਬਰੀ ਹੋ ਜਾਂਦੇ, ਹੋ ਜੇ ਮਤਲਬ ਸਾਨੂੰ ਕੀ ਹੈ ਜੀ। ਸਰਕਾਰਾਂ ਕਹਿੰਦੀਆਂ ਅਸੀਂ ਹਰ ਇੱਕ ਪਰਿਵਾਰ ਦੇ ਨਾਲ ਖੜੇ ਪੰਜਾਬ ਦੇ ਵਿੱਚ, ਅਤੇ ਪੰਜਾਬ ਨੂੰ ਨਾਅਰਾ ਲਾਉਂਦੀਆਂ ਕਿ ਅਸੀਂ ਹਰ ਪਰਿਵਾਰ ਦਾ ਦੁੱਖ ਸੁਣਦੀਆਂ। ਪਰ ਇਕਬਾਲ ਸਿੰਘ ਦੀ ਸਟੋਰੀ ਸੁਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਦੇ ਕੀ ਹਾਲਾਤ ਹੈ, ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਮੇਰੇ ਵੀਰੇ ਦਰਸ਼ਕ ਦੇ ਚੈਨਲ ਸਾਡਾ ਵੇਖ ਰਹੇ ਉਹਨਾਂ ਨੂੰ ਮੈਂ ਦੱਸ ਰਿਹਾ ਕਿ ਇਕਬਾਲ ਸਿੰਘ ਦੀ ਜਿਹੜੀ ਭੈਣ ਸੀ 16 ਸਾਲ ਇੱਕ ਅਤਿਆਚਾਰ ਦੇ ਖਿਲਾਫ ਇਕਬਾਲ ਸਿੰਘ ਜੀ ਲੜਦੇ ਰਹੇ, ਭੈਣ ਦੀ ਮੌਤ ਹੋ ਗਈ, ਦੋਸ਼ੀਆਂ ਦੇ ਮੁਕੱਦਮਾ ਦਰਜ ਹੋ ਗਿਆ, ਦੋਸ਼ੀ ਅੱਜ ਵੀ ਉਵੇਂ ਘੁੰਮ ਰਹੇ ਆ। ਕਿਉਂ ਘੁੰਮ ਰਹੇ ਆ? ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਜਾਂ ਲਿਹਾਜ਼ਾਂ ਪੂਰੀਆਂ ਵੀ ਕਹਿ ਸਕਦੇ ਹਾਂ ਕਿ ਲਿਹਾਜ਼ਾਂ ਪੂਰਦੇ ਆ। ਪੁਲਿਸ ਲਈ ਕਾਨੂੰਨ ਹੋਰ ਤੇ ਗਰੀਬ ਲਈ ਹੋਰ ਤੇ ਅਮੀਰ ਲਈ ਹੋਰ, ਤੇ ਜਿਹੜਾ ਉਸ ਤੋਂ ਵੀ ਪਛੜਿਆ ਹੋਇਆ ਲੋਕ ਆ ਉਹਨਾਂ ਲਈ ਹੋਰ। ਰੰਗ ਬਦਲਦੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਹਾਣੀ ਵਿੱਚ ਹੋਰ ਨਵੇਂ ਕਿੰਨੇ ਕੁ ਮੋੜ ਆਉਣਗੇ। ਤਾਂ ਇੱਕ ਵਾਰ ਸਭ ਦਾ ਧੰਨਵਾਦ ਕਰਦਾ।